ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਲਾਈਵ ਮਾਰਨਿੰਗ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ। ਦੋਸਤੋ, ਪੰਜਾਬੀ ਸਾਹਿਤ ਬਹੁਤ ਵਿਸ਼ਾਲ ਸਾਹਿਤ ਹੈ। ਇਸ ਵਿੱਚ ਸ਼ਾਇਰੀ, ਇਸ ਵਿੱਚ ਕਵਿਤਾਵਾਂ, ਇਸ ਵਿੱਚ ਗੀਤ, ਗਜ਼ਲ, ਹਰ ਰੰਗ ਹੈ। ਮੈਨੂੰ ਪੰਜਾਬੀ ਦੇ ਮਰਹੂਮ ਸਾਹਿਤਕਾਰ ਸ਼ਾਇਰ ਸੁਖਵੰਤ ਚਿੱਤਰਕਾਰ ਜੀ ਦੀਆਂ ਕੁਝ ਲਾਈਨਾਂ, ਕੁਝ ਸਤਰਾਂ ਚੇਤੇ ਆ ਰਹੀਆਂ ਨੇ ਕਿ ਉਂਝ ਤਾਂ ਚੰਗਾ ਹੈ ਮੇਰਾ ਹਾਲ, ਪਰ ਡਰ ਜਿਹਾ ਲੱਗਾ ਰਹਿੰਦਾ ਹੈ ਦਿਲ ਦੇ ਨਾਲ। ਪਰ ਇਸ਼ਕ ਵੀ ਹੈ, ਸ਼ੌਂਕ ਵੀ ਹੈ, ਹੁਨਰ ਵੀ ਹੈ ਸ਼ਾਇਰੀ, ਇਸ ਵਿੱਚੋਂ ਸ਼ੌਹਰਤਾਂ ਨਾ ਭਾਲ। ਪਰ ਬਿਲਕੁਲ ਜੀ, ਬਹੁਤ ਹੀ ਸੂਖਮ ਕਲਾ ਹੈ ਸ਼ਾਇਰੀ। ਸ਼ਾਇਰੀ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਬਿਆਨ ਕਰ ਦਿੰਦੀ ਹੈ। ਸ਼ਾਇਰੀ ਜ਼ਿੰਦਗੀ ਨੂੰ ਬਿਆਨ ਕਰ ਦਿੰਦੀ ਹੈ, ਜ਼ਿੰਦਗੀ ਦੀਆਂ ਵੱਖ-ਵੱਖ ਘਟਨਾਵਾਂ ਨੂੰ ਬਿਆਨ ਕਰ ਦਿੰਦੀ ਹੈ। ਸ਼ਾਇਰੀ ਸਾਡੇ ਮਨ ਦੇ ਹਾਵ ਭਾਵਾਂ ਨੂੰ ਬਿਆਨ ਕਰ ਦਿੰਦੀ ਹੈ, ਸਾਡੇ ਰਿਸ਼ਤੇ, ਨਾਤਿਆਂ, ਸਾਂਝਾਂ ਨੂੰ ਬਿਆਨ ਕਰ ਦਿੰਦੀ ਹੈ। ਅਤੇ ਬਹੁਤ ਹੀ ਗੂੜ੍ਹਾ ਕੰਮ ਹੈ, ਬਹੁਤ ਹੀ ਗਹਿਰਾ ਕੰਮ ਹੈ, ਬਹੁਤ ਹੀ ਗੰਭੀਰ ਕੰਮ ਹੈ ਇੱਕ ਸ਼ਾਇਰ ਦਾ। ਉਹ ਸ਼ਾਇਰ ਜੋ ਸੋਚਦਾ ਵੀ ਹੈ, ਉਹ ਸ਼ਾਇਰ ਜੋ ਪੜ੍ਹਦਾ ਵੀ ਹੈ, ਉਹ ਸ਼ਾਇਰ ਜੋ ਕੁਝ ਸ਼ੇਅਰਾਂ ਨੂੰ, ਕੁਝ ਆਪਣੇ ਲਫ਼ਜ਼ਾਂ ਨੂੰ, ਕੁਝ ਆਪਣੀ ਜ਼ਹਿਨੀਅਤ ਨੂੰ ਵੱਖ-ਵੱਖ ਢੰਗ ਦੇ ਨਾਲ ਬਿਆਨ ਕਰਕੇ ਸਾਡੇ ਸਾਹਮਣੇ ਵੀ ਲੈ ਕੇ ਆਉਂਦਾ ਹੈ ਅਤੇ ਫਿਰ ਸਰੋਤਿਆਂ ਕੋਲ ਵਾਹ ਵੀ ਲੈਂਦਾ ਹੈ। ਸ਼ਾਇਰ ਕੀ ਕਰਦਾ ਹੈ, ਸ਼ਾਇਰ ਦੇ ਮਨ ਦੇ ਵਿੱਚ ਕੀ ਚੱਲਦਾ ਹੈ, ਸ਼ਾਇਰ ਕੈਸੀਆਂ ਉਡਾਰੀਆਂ ਮਨ ਦੇ ਵਿੱਚ ਭਰਦਾ ਹੈ, ਸ਼ਾਇਰ ਕੈਸੀਆਂ ਕਿਤਾਬਾਂ ਪੜ੍ਹਦਾ ਹੈ, ਸ਼ਾਇਰ ਕੈਸਾ ਇਤਿਹਾਸ ਪੜ੍ਹਦਾ ਹੈ, ਸ਼ਾਇਰ ਕੀ ਸੋਚਦਾ ਹੈ, ਕੀ ਲਿਖਦਾ ਹੈ, ਅਤੇ ਇਸ ਲਿਖਣੀ ਪਿੱਛੇ ਉਸ ਦੇ ਮਨ ਵਿੱਚ, ਉਸ ਦੇ ਜ਼ਿਹਨ ਦੇ ਵਿੱਚ ਕੀ ਕੁਝ ਹੈ। ਅੱਜ ਸਾਰਾ ਕੁਝ ਅਸੀਂ ਗੱਲਬਾਤ ਕਰਾਂਗੇ ਸ਼ਾਇਰੀ ਦੇ ਸੰਦਰਭ ਦੇ ਵਿੱਚੋਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਅਤੇ ਸਾਡੇ ਵਿੱਚ ਉਚੇਚੇ ਤੌਰ 'ਤੇ ਮੋਰਿੰਡੇ ਤੋਂ ਪਹੁੰਚੇ ਨੇ ਪੰਜਾਬੀ ਮਾਂ ਬੋਲੀ ਦੇ ਸ਼ਾਇਰ ਬਲਬੀਰ ਸਿੰਘ ਬਲ ਜੀ, ਜੋ ਕਿ ਸ਼੍ਰੋਮਣੀ ਪੰਥਕ ਕਵੀ ਸਭਾ ਦੇ ਪ੍ਰਧਾਨ ਵੀ ਨੇ, ਪੰਜਾਬੀ ਭਾਸ਼ਾ ਵਿਭਾਗ ਦੇ ਪੈਨਸ਼ਨਰ ਸ਼ਾਇਰ ਵੀ ਨੇ, ਅਤੇ ਕਈ ਤਰ੍ਹਾਂ ਦੀਆਂ ਸਾਹਿਤਕ ਸਭਾਵਾਂ ਦੇ ਨਾਲ ਜੁੜੇ ਨੇ। ਅਕਸਰ ਸਟੇਜਾਂ ਦੇ ਉੱਤੇ ਇਹਨਾਂ ਨੂੰ ਦੇਖਿਆ ਜਾਂਦਾ ਹੈ, ਅਕਸਰ ਪੰਜਾਬੀ ਅਖਬਾਰਾਂ ਦੇ ਵਿੱਚ ਇਹਨਾਂ ਦੇ ਲੇਖ ਪੜ੍ਹੇ ਜਾਂਦੇ ਨੇ, ਇਹਨਾਂ ਦੀ ਸ਼ਾਇਰੀ ਪੜ੍ਹੀ ਜਾਂਦੀ ਹੈ। ਅੱਜ ਅਸੀਂ ਗੱਲਬਾਤ ਕਰਨੀ ਹੈ ਸ਼ਾਇਰੀ ਦੇ ਉੱਤੇ, ਗੱਲਬਾਤ ਕਰਨੀ ਹੈ ਕੁਝ ਉਹਨਾਂ ਦੇ ਜੀਵਨ ਦੇ ਪਲਾਂ ਦੇ ਉੱਤੇ, ਝਾਤ ਮਾਰਨੀ ਹੈ ਉਹਨਾਂ ਦੇ ਸ਼ਾਇਰੀ ਭਰੇ ਜੀਵਨ ਦੇ ਉੱਤੇ। ਬਹੁਤ ਬਹੁਤ ਸਵਾਗਤ ਹੈ ਬਲਬੀਰ ਸਿੰਘ ਬਲ ਜੀ। ਧੰਨਵਾਦ ਜੀ। ਆਪ ਜੀ ਨੇ ਆਪਣੀਆਂ ਗੱਲਾਂ, ਆਪਣੇ ਗੀਤ ਪ੍ਰੋਗਰਾਮ ਵਿੱਚ ਦਾਸ ਨੂੰ ਬੁਲਾਇਆ ਜੀ। ਸ਼ਾਇਰੀ ਇੱਕ ਅਲੂਣੀ ਸਿਲ ਹੈ। ਸ਼ਾਇਰੀ ਤਪੱਸਿਆ ਦਾ ਨਾਂ ਹੈ। ਸ਼ਾਇਰੀ ਜਿੱਥੇ ਸਮੁੰਦਰ ਦੀ ਡੂੰਘਾਈ ਤੱਕ ਪਹੁੰਚਦੀ ਹੈ, ਉੱਥੇ ਅਰਸ਼ ਤੋਂ ਵੀ ਉੱਚੀ ਉਡਾਰੀ ਮਾਰਦੀ ਹੈ ਜੀ। ਉਹਦਾ ਨਾਂ ਸ਼ਾਇਰੀ ਹੈ ਜੀ। ਸ਼ਾਇਰ ਦੀ ਜ਼ਿੰਦਗੀ ਕੀ ਹੈ, ਉਹਦੇ ਬਾਰੇ 4 ਸਤਰਾਂ ਮੈਂ ਕਹਿ ਰਿਹਾ। ਸ਼ਾਇਰਾਂ ਦੀ ਜ਼ਿੰਦਗੀ ਸਦਾ ਗਮਾਂ ਦੀ ਖਾਨ ਹੁੰਦੀ ਏ। ਵਾਹ। ਲਿਖਣੀ ਤੇ ਕਹਿਣੀ ਸ਼ਾਇਰਾਂ ਦੀ ਬਲਵਾਨ ਹੁੰਦੀ ਏ। ਬਲ ਜਿੱਥੇ ਕਲਮ ਦੇ ਦਾਨੀ ਦੀ ਕਦਰ ਨਾ ਰਹੇ, ਉੱਥੋਂ ਦੇ ਮਹਿਲ ਵੀ ਖੰਡਰ, ਭੂਮੀ ਸ਼ਮਸ਼ਾਨ ਹੁੰਦੀ। ਵਾਹ ਵਾਹ ਬਲ ਸਾਹਿਬ, ਕਿਆ ਬਾਤ ਹੈ। ਉੱਥੋਂ ਦੇ ਮਹਿਲ ਵੀ ਖੰਡਰ, ਭੂਮੀ ਸ਼ਮਸ਼ਾਨ ਹੁੰਦੀ ਏ ਜੀ। शायरी इश्क से आती है, इल्म से नहीं। शुक्रगुजार सिंह जी। जी जी। आहें दिल से निकलती हैं, चिलम से नहीं। दिल तो आखिर दिल है, बल पत्थर तो नहीं। शायरी पैगंबरी है, फिल्म तो नहीं। वाह क्या बात है। शायरी पैगंबरी है, फिल्म तो नहीं। ये ना अक्सर सोचीदा सी, अक्सर देखीदा सी, अक्सर सुनीदा सी कि शायर बहुत ही फकीरी सुभाਅ ਦੇ ਹੁੰਦੇ ਨੇ। शायर बहुत ही सादगी भरे ਹੁੰਦੇ ਨੇ। शायर कुछ किताबां हत्थ ਵਿੱਚ ਫੜ ਲੈਂਦੇ ਨੇ ਤੇ ਸ਼ਾਇਦ ਲੰਮੇ ਸਫ਼ਰ 'ਤੇ ਨਿਕਲ ਜਾਣ ਤੇ ਪਤਾ ਨਹੀਂ ਕਦੋਂ ਘਰਾਂ ਨੂੰ ਉਹਨਾਂ ਨੇ ਵਾਪਸ ਆਉਣਾ ਹੈ। ਤੇ ਜਦੋਂ ਅੱਜ ਬਲਬੀਰ ਸਿੰਘ ਬਲ ਨੂੰ ਵੇਖਿਆ, ਉਹੀ ਕੁੜਤਾ ਪਜਾਮਾ, ਇੱਕ ਸਾਦੀ ਦਿੱਖ, ਤੇ ਮੇਰੇ ਜ਼ਿਹਨ ਦੇ ਵਿੱਚ ਸਵਾਲ ਆਇਆ ਕਿ ਸਾਦਗੀ ਤੇ ਸ਼ਾਇਰੀ ਦਾ ਆਪਸੀ ਕੀ ਰਿਸ਼ਤਾ ਹੈ? अगर शायर की जिंदगी च सादगी नहीं, मैं नहीं समझदा भी वो चंगा शायर बन सकता है। शायर हमेशा धरती ते वेखदा है। जदों कि लीडरशिप कोई भी होवे, वो आसमान वाल वेखदी है। धरती ते डिगे हुए तिणकियां नूं भी, जरियां नूं भी ਉਹ ਆਪਣੀ ਕਵਿਤਾ 'ਚ ਪਰੋ ਕੇ ਸੁਖਮ ਵਰ ਮਣਕਿਆਂ ਦੀ ਤਰ੍ਹਾਂ ਉਹਨੂੰ ਉਹ ਆਕਾਸ਼ ਦੇ ਤਾਰੇ ਬਣਾ ਸਕਦਾ ਹੈ। ਬਿਲਕੁਲ ਬਿਲਕੁਲ। ਉਹ ਦਿਲ ਦੇ ਵਲਵਲੇ ਬਣਾ ਸਕਦਾ ਹੈ।
ਉਹ ਉਸ ਚੀਜ਼ ਨੂੰ ਕਵਿਤਾ 'ਚ ਢਾਲ ਕੇ ਜਿੱਥੇ ਕਵਿਤਾ ਵਧੀਆ ਲਿਖ ਸਕਦਾ ਹੈ, ਉੱਥੇ ਜਦੋਂ ਉਹ ਆਪਣੀ ਜ਼ਿੰਦਗੀ ਦਾ ਪ੍ਰਭਾਵ ਨਾਲ ਨਾਲ ਕਵਿਤਾ ਪੜ੍ਹਨ ਲੱਗਿਆਂ ਸਟੇਜ 'ਤੇ ਛੱਡਦਾ ਹੈ ਤਾਂ ਸਰੋਤੇ ਆਸ਼ਸ਼ ਕਰ ਉੱਠਦੇ ਹੈ। ਬਿਲਕੁਲ ਬਿਲਕੁਲ। ਇਹ ਸਾਦਗੀ ਔਰ ਕਵਿਤਾ, ਜਿਵੇਂ ਔਰਤ ਔਰ ਮਰਦ ਨੇ ਵਿਆਹੇ ਜਾਂਦੇ ਨੇ, ਅਖੀਰ ਤੱਕ ਉਹਨਾਂ ਨੂੰ ਇਕੱਠਿਆਂ ਰਹਿਣਾ ਪੈਂਦਾ ਹੈ ਜੀ। ਸਾਦਗੀ ਤੇ ਕਵਿਤਾ ਇਹ ਇੱਕ ਦੂਜੇ ਦਾ ਜੇ ਨਹੁੰ ਤੇ ਮਾਸ ਕਹਿ ਦਈਏ, ਇਹਦੇ 'ਚ ਵੀ ਕੋਈ ਅੱਤ ਕਥਨੀ ਨਹੀਂ ਹੈ। ਵਾਹ। ਇਹ ਇੱਕ ਨਾ ਇੰਗਲਿਸ਼ ਦੇ ਫਿਲਾਸਫਰ ਹੋਏ ਨੇ ਗ੍ਰੈਮ ਸਮਿਥ, ਉਹਨਾਂ ਨੇ ਕਿਹਾ ਹੈ ਕਿ ਸ਼ਾਇਰ ਦਾ ਕੰਮ ਬਹੁਤ ਔਖਾ ਹੈ। ਪਤਾ ਨਹੀਂ ਸ਼ਾਇਰ ਸ਼ਾਇਦ ਸੁੱਤਾ ਵੀ ਸੋਚੀ ਜਾ ਰਿਹਾ ਹੈ, ਸ਼ਾਇਦ ਉਸ ਨੂੰ ਨੀਂਦ ਹੀ ਨਹੀਂ ਹੈ, ਸ਼ਾਇਦ ਉਹ ਚੱਲਦਾ ਫਿਰਦਾ ਹੀ ਸੋਚੀ ਜਾ ਰਿਹਾ ਹੈ, ਅਤੇ ਉਸ ਦੀਆਂ ਕਲਪਨਾਵਾਂ, ਉਸ ਦੀਆਂ ਹੱਡ ਜੋ ਉਸ ਦੇ ਨਾਲ ਬੀਤੀਆਂ ਨੇ, ਹੱਡ ਬੀਤੀਆਂ, ਉਹਨਾਂ ਨੂੰ ਵੀ ਕੁਝ ਸਤਰਾਂ ਦੇ ਵਿੱਚ ਪਰੋ ਕੇ ਉਹ ਆਪਣੇ ਭਾਵਾਂ ਨੂੰ, ਆਪਣੇ ਜਜ਼ਬਾਤਾਂ ਨੂੰ, ਆਪਣੇ ਦੁਨੀਆ ਦੇ ਰੰਗਾਂ ਨੂੰ ਆਪਣੀ ਕਲਮ ਦੇ ਨਾਲ ਪਰੋ ਦਿੰਦਾ ਹੈ। ਅਤੇ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਕਿ ਕਿੰਨਾ ਕੁ ਸੋਚਣਾ ਪੈਂਦਾ ਹੈ, ਕਿੰਨੀਆਂ ਕੁ ਕਲਪਨਾਵਾਂ ਦੇ ਵਿੱਚ ਇੱਕ ਸ਼ਾਇਰ ਨੂੰ ਰਹਿਣਾ ਪੈਂਦਾ ਹੈ, ਜਾਂ ਲਿਖਣ ਲਈ ਕਿੰਨਾ ਕੁ ਪੜ੍ਹਨਾ ਪੈਂਦਾ ਹੈ? ਇਸ ਤਰ੍ਹਾਂ ਸਰਦਾਰ ਸ਼ੁਕਰਗੁਜ਼ਾਰ ਸਿੰਘ ਜੀ, ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ ਹੈ। ਸ਼ਾਇਰ ਜੇ ਇਹਦੇ ਕੋਲ ਕਲਪਨਾ ਨਹੀਂ, ਦਲੀਲ ਨਹੀਂ ਜੀ, ਜੇ ਉਹਦੇ ਕੋਲ ਸਚਾਈ ਭਰਨ ਵਾਸਤੇ, ਕਵਿਤਾ 'ਚ ਸਚਾਈ ਦਾ ਬਰੂਦ ਭਰਨ ਵਾਸਤੇ ਬਰੂਦ ਨਹੀਂ ਹੈ, ਤਾਂ ਉਹ ਕਵਿਤਾ ਨਹੀਂ ਕਹਿਲਾ ਸਕਦੀ। ਕਲਪਨਾ 'ਚੋਂ ਲੰਘ ਕੇ ਦਲੀਲਾਂ ਦੀ ਦਹਲੀਜ਼ ਟੱਪ ਕੇ ਫਿਰ ਉਹ ਆਪਣੇ ਜਿਗਰ ਦੇ ਖੂਨ ਨੂੰ ਜਿਵੇਂ ਪਤੀਲੀ 'ਚ ਕਾੜ ਕੇ ਚਾਹ ਬਣਾਈ ਜਾਂਦੀ ਹੈ, ਬਿਲਕੁਲ ਇੱਦਾਂ ਆਪਣੇ ਜਿਗਰ ਦੇ ਖੂਨ ਨੂੰ ਉਬਾਲਾ ਦੇ ਕੇ ਜਿਹੜੀ ਉਹ ਕਵਿਤਾ ਨਿਕਲਦੀ ਹੈ, ਜਿਹੜਾ ਉਹ ਸ਼ੇਅਰ ਨਿਕਲਦਾ ਹੈ, ਜਿਹੜੀ ਉਹ ਰਬਾਈ ਨਿਕਲਦੀ ਹੈ, ਜਿਹੜੀ ਉਹ ਚੁਮਿਸਰਾ ਨਿਕਲਦਾ ਹੈ ਜਾਂ ਕਵਿਤਾ ਨਿਕਲਦੀ ਹੈ, ਉਹ ਸੁਣ ਕੇ ਸਰੋਤੇ ਝੂਮ ਪੈਂਦੇ ਨੇ। ਬਿਲਕੁਲ। ਪਰ ਜੇ ਸ਼ਾਇਰ ਇਹਨਾਂ ਸਾਰੀਆਂ ਘਸਵੱਟੀਆਂ 'ਚੋਂ ਆਪ ਲੰਘਿਆ ਹੋ। ਹਾਂ, ਬਿਲਕੁਲ ਬਿਲਕੁਲ ਜੀ। ਅਤੇ ਬਲਬੀਰ ਸਿੰਘ ਬਾਲਾ, ਪੰਜਾਬੀ ਮਾਂ ਬੋਲੀ ਦਾ ਸ਼ਾਇਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਸਾਹਿਤਕ ਵੀ ਲਿਖਿਆ, ਜਿਨ੍ਹਾਂ ਨੇ ਧਾਰਮਿਕ ਵੀ ਲਿਖਿਆ, ਅਤੇ ਅਸੀਂ ਚਾਹੁੰਦੇ ਹਾਂ ਕਿ ਗੱਲਾਂ ਅਤੇ ਗੀਤ ਪ੍ਰੋਗਰਾਮ ਦੇ ਰਾਹੀਂ ਤੁਹਾਡਾ ਕੋਈ ਰਬਾਈ, ਤੁਹਾਡਾ ਸ਼ੇਅਰ ਤੁਹਾਡੀ ਜ਼ੁਬਾਨੀ ਜ਼ਰੂਰ ਸੁਣਿਆ। ਮੈਂ ਸਾਹਿਤਕ ਵੀ ਜਿੰਨਾ ਲਿਖਿਆ ਹੈ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜੇ ਨੂੰਹ ਅਤੇ ਸਹੁਰਾ ਬੈਠੇ ਹੋਣ, ਉਹ ਸੁਣਦੇ ਹੋਣ, ਉਹਨਾਂ 'ਚੋਂ ਦੋਨਾਂ 'ਚੋਂ ਕਿਸੇ ਨੂੰ ਉੱਠ ਕੇ ਨਾ ਜਾਣਾ ਪਵੇ, ਜਾਂ ਸੱਸ ਅਤੇ ਜਵਾਈ ਬੈਠੇ ਹੋਣ, ਭੈਣ ਅਤੇ ਭਰਾ ਬੈਠੇ ਹੋਣ, ਪਿਓ ਅਤੇ ਬੇਟੀ ਬੈਠੇ ਹੋਣ, ਉਹ ਸੁਣ ਕੇ ਸਾਰੇ ਆਸ਼ਸ਼ ਕਰ ਉੱਠਣ, ਨਾ ਕਿ ਸ਼ਰਮਿੰਦਗੀ ਮਹਿਸੂਸ ਕਰਕੇ ਉੱਠ ਕੇ ਚਲੇ ਜਾਣ। ਜੀ ਜੀ। ਮੈਂ ਬਹੁਤ ਪੁਰਾਣੇ ਸਾਹਿਤ ਦੇ ਸੰਬੰਧ 'ਚ ਜੋ ਲਿਖਿਆ ਹੈ, ਉਹਦੇ 'ਚੋਂ ਇੱਕ ਚੁਮਿਸਰਾ ਤੁਹਾਡੀ ਨਜ਼ਰ ਕਰਦਾ ਕਿ ਯਾਦ ਆ ਕੇ ਤੇਰੀ ਯਾਦ ਸੱਜਣੀ ਤੰਗ ਕਰੇਗੀ, ਫਿਰ ਮੈਂ ਪੀ ਲਵਾਂਗਾ। ਵਾਹ। ਤੇਰੀ ਯਾਦ ਬਿਨ ਹੋਰ ਕੀ ਰਹਿ ਗਿਆ ਏ, ਦੱਸ ਕਿਸ ਸਹਾਰੇ ਮੈਂ ਜੀ ਲਵਾਂਗਾ। ਜੇ ਸੁਪਨੇ ਦੇ ਵਿੱਚ ਵੀ ਮਿਲੇ ਕਿਧਰੇ, ਧੰਨ ਭਾਗ ਮੈਂ ਸਮਝਾਂਗਾ ਆਪਣੇ ਬਲ। ਟੁੱਟੇ ਦਿਲ ਦੀਆਂ ਤੰਦਾਂ ਨੂੰ ਬੁਣ ਲਵਾਂਗਾ, ਪਾਟੇ ਜਿਗਰ ਦੀਆਂ ਲੀਰਾਂ ਨੂੰ ਸੀ ਲਵਾਂਗਾ। ਕਿਆ ਬਾਤਾਂ, ਕਿਆ ਬਾਤਾਂ। ਟੁੱਟੇ ਦਿਲ ਦੀਆਂ ਤੰਦਾਂ ਨੂੰ ਬੁਣ ਲਵਾਂਗਾ, ਪਾਟੇ ਜਿਗਰ ਦੀਆਂ ਲੀਰਾਂ ਨੂੰ ਸੀ ਲਵਾਂਗਾ। ਵਾਕਈ ਦੇਖੋ ਜੀ, ਸ਼ਾਇਰ ਅਤੇ ਕਲਮ ਦਾ ਰਿਸ਼ਤਾ ਬਹੁਤ ਹੀ ਗਹਿਰਾ ਹੈ, ਬਹੁਤ ਹੀ ਗੰਭੀਰ ਹੈ। ਇੱਕ ਦੂਜੇ ਦੇ ਨਾਲ ਜੇ ਮੈਂ ਕਹਾਂ ਵੀ ਇਕੱਠੇ ਹੋ ਕੇ ਚੱਲਦੇ ਨੇ, ਅਤੇ ਸ਼ਾਇਦ ਮੈਂ ਗਲਤ ਨਹੀਂ ਹੋਵਾਂਗਾ। ਅਤੇ ਜੀਵਨ ਸੰਦਰਭ ਤੋਂ ਲੈ ਕੇ ਤੁਸੀਂ ਸ਼ਾਇਰੀ ਨੂੰ ਕਿੱਦਾਂ ਸੋਚਦੇ ਹੋ, ਕਿੱਦਾਂ ਵਿਚਾਰਦੇ ਹੋ, ਕੀ ਕਹਿਣੇ ਜੀਵਨ ਸੰਦਰਭ ਤੋਂ? ਸ਼ਾਇਰੀ ਨਾਲ ਜੁੜਨ ਵਾਸਤੇ, ਸ਼ਾਇਰ ਬਣਨ ਵਾਸਤੇ ਬਹੁਤ ਪ੍ਰੀਖਿਆਵਾਂ 'ਚੋਂ ਲੰਘਣਾ ਪੈਂਦਾ ਹੈ। ਪਹਿਲਾਂ ਉਹ ਚੰਗੇ ਸ਼ਾਇਰਾਂ ਦੀਆਂ ਕਵਿਤਾਵਾਂ ਸੁਣਦੇ, ਪੜ੍ਹਦੇ, ਉਹਨੂੰ ਵਾਚਦੇ, ਫਿਰ ਉਹ ਸਟੇਜਾਂ 'ਤੇ ਜਦੋਂ ਬੋਲਦੇ ਹੈ, ਉਦੋਂ ਪੁਰਾਣੇ ਚੰਗੇ ਸ਼ਾਇਰ ਉਹਨਾਂ ਨੂੰ ਦਾਤ ਦਿੰਦੇ ਹੁੰਦੇ ਸੀ ਵੀ ਕਾਕਾ ਤੂੰ ਬਹੁਤ ਵਧੀਆ ਬੋਲ ਲੈਣਾ ਅਤੇ ਤੂੰ ਲਿਖਿਆ ਕਰ। ਜੀ।
ਫਿਰ ਉਹ ਜਿਹੜੇ ਸਿਆਣੇ ਨੌਜਵਾਨ ਲਿਖਾਰੀ ਹੁੰਦੇ ਆ, ਉਹ ਜਦੋਂ ਲਿਖਣਾ ਸ਼ੁਰੂ ਕਰਦੇ ਆ ਉਹਨਾਂ 'ਚ ਬਹੁਤ ਸਾਰੀਆਂ ਤਰੁੱਟੀਆਂ ਮੇਰੀਆਂ ਕਵਿਤਾਵਾਂ 'ਚ ਵੀ ਰਹੀਆਂ, ਪਰ ਬੇਝਿਜਕ ਹੋ ਕੇ ਅਸੀਂ ਉਸਤਾਦ ਕਵੀ ਵਿਧਾਤਾ ਸਿੰਘ ਤੀਰ, ਬਲੱਗਣ ਸਾਹਿਬ, ਇਸੇ ਤਰ੍ਹਾਂ ਗੁਰਚਰਨ ਸਿੰਘ ਚਰਨ ਵੈਦ ਸਮਾਣੇ ਵਾਲੇ, ਚਰਨ ਸਿੰਘ ਜੀ ਸਫਰੀ, ਮੇਰੇ ਉਸਤਾਦ ਸਰਦਾਰ ਸਾਧੂ ਸਿੰਘ ਦਰਦ ਫਰੀਡਮ ਫਾਈਟਰ, ਜਿਹੜੇ ਸੁਭਾਸ਼ ਚੰਦਰ ਬੋਸ ਨੂੰ ਜੇਲ੍ਹਾਂ 'ਚ ਵੀ ਪੰਜਾਬੀ ਪੜ੍ਹਾਉਂਦੇ ਰਹੇ ਹੈ ਜੀ, ਔਰ ਸਾਡੇ ਸਾਥੀ ਸਰਦਾਰ ਤਰਲੋਕ ਸਿੰਘ ਜੀ ਦੀਵਾਨਾ, ਇਹਨਾਂ ਦੇ ਨਾਲ ਚੰਗੇ ਗੀਤਕਾਰ ਜੋ ਕਿ ਸ਼ਾਇਰਾਂ ਦੇ ਗੀਤ ਪੜ੍ਹਦੇ ਆ, ਜਿਸ ਤਰ੍ਹਾਂ ਅਵਤਾਰ ਸਿੰਘ ਤਾਰੀ ਜੀ, ਰਸ਼ਪਾਲ ਸਿੰਘ ਜੀ ਪਾਲ, ਬਲਬੀਰ ਸਿੰਘ ਜੀ ਕਮਲ, ਜਤਿੰਦਰ ਕੌਰ ਜੀ ਆਨੰਦਪੁਰੀ ਜੀ ਜੀ, ਤੇ ਇਸੇ ਤਰ੍ਹਾਂ ਜਮੀਰ ਅਲੀ ਜਮੀਰ ਨੇ, ਇਹ ਸਾਰੇ ਅਸੀਂ ਇਕੱਠੇ ਵਿਚਰਦੇ ਰਹੇ ਜੀ। ਜੇ ਸਾਡੇ ਕਵਿਤਾ 'ਚ ਕੋਈ ਸ਼ੇਅਰ 'ਚ ਤਰੁੱਟੀ ਰਹੀ ਤਾਂ ਅਸੀਂ ਬੇਝਿਜਕ ਹੋ ਕੇ ਉਸਤਾਦ ਸ਼ਾਇਰਾਂ ਨੂੰ ਵੱਡੇ ਭਰਾ ਪਿਓ ਸਮਾਨ ਸਮਝ ਕੇ, ਬਰਾਬਰ ਦਿਆਂ ਨੂੰ ਸਮਕਾਲੀ ਸਮਝ ਕੇ ਜੀ ਜੀ, ਤੇ ਛੋਟਿਆਂ ਨੂੰ ਵੀ ਪਿਆਰ ਸਹਿਤ, ਕਈ ਵਾਰੀ ਇਹ ਜ਼ਰੂਰੀ ਨਹੀਂ ਕਿ ਉਮਰ 'ਚੋਂ ਵੱਡਾ ਆਦਮੀ ਹੀ ਬਿਲਕੁਲ ਜੀ, ਪੁਖਤਾ ਲਿਖ ਸਕਦਾ ਹੈ। ਬਿਲਕੁਲ, ਮਤਲਬ ਕਿ ਜੀਵਨ ਸੰਦਰਭ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਮਹੱਤਵਪੂਰਨ ਹੈ। ਮੈਂ ਜਿਵੇਂ- ਤੁਹਾਡੀ ਗੱਲ ਤੋਂ ਸਮਝ ਚੁੱਕਾ ਹਾਂ। ਜਿਵੇਂ ਛੋਟੇ ਵਿਅਕਤੀ ਦੀ ਵੀ ਅਕਲ ਕਈ ਵਾਰੀ ਜੀ ਜੀ ਵੱਡੇ ਨਾਲੋਂ ਮਾਤ ਪਾ ਜਾਂਦੀ ਹੈ। ਜੀ ਜੀ ਜੀ, ਮੈਂ ਤੁਹਾਨੂੰ ਆਪਣੇ ਇੱਕ ਗੀਤ ਦਾ ਮੁਖੜਾ ਮੇਰੇ ਯਾਦ ਆ ਗਿਆ। ਮੈਂ ਸਰਦਾਰ ਚਰਨ ਸਿੰਘ ਸਫਰੀ ਦਸੂਹੇ ਵਾਲਿਆਂ ਦੇ ਘਰ ਬੈਠਾ ਸੀ ਤੇ ਮੇਰਾ ਗੀਤ ਸੀ, ਬਣ ਸੱਜਣ ਪਿਆਰਾ ਪਹਿਲਾਂ ਹਿੱਕ ਨਾਲ ਲਾ ਕੇ, ਫੇਰ ਬਣ ਕੇ ਕਸਾਈ ਮਾਰ ਗਿਓ ਪਟਕਾ ਕੇ, ਦੁੱਖ ਦੱਸ ਵੀ ਨਹੀਂ ਹੋਣਾ ਤੇ ਲਕੋਇਆ ਵੀ ਨਹੀਂ ਜਾਣਾ, ਮੈਥੋਂ ਹੱਸਿਆ ਕੀ ਜਾਣਾ, ਮੈਥੋਂ ਰੋਇਆ ਵੀ ਨਹੀਂ ਜਾਣਾ। ਵਾਹ ਵਾਹ ਵਾਹ, ਕੀ ਬਾਤ ਹੈ ਬਲ ਸਾਹਿਬ। ਇਹਦੇ 'ਚ ਤਰਮੀਮ ਕੀਤੀ ਜੀ ਸਫਰੀ ਸਾਹਿਬ ਦੇ ਦੋਤੇ ਨੇ, ਕਿਉਂਕਿ ਆਪਣੀ ਆਲੋਚਨਾ ਕੋਈ ਹਰੇਕ ਬੰਦਾ ਸੁਣ ਨਹੀਂ ਸਕਦਾ, ਪਰ ਸ਼ਾਇਰ ਹੀ ਹੈ ਜਿਹੜਾ ਜੇ ਸਿਆਣਾ ਹੈ ਜੀ ਤਾਂ ਉਹ ਆਲੋਚਨਾ ਨੂੰ ਇਉਂ ਸਮਝਦਾ ਵੀ ਮੈਂ ਪੇਪਰ ਦੇ ਰਿਹਾ, ਇਹਦੇ 'ਚ ਮੈਨੂੰ ਨੰਬਰ ਵੱਧ ਆਉਣਗੇ। ਕੀ ਬਾਤ ਹੈ ਬਲ ਸਾਹਿਬ, ਬਿਲਕੁਲ ਸਹੀ ਗੱਲ ਹੈ। ਮੈਂ ਉਹਦੇ 'ਚ ਲਿਖਿਆ ਸੀ ਜੀ, ਜੀ ਜੀ, ਬਣ ਸੱਜਣ ਪਿਆਰਾ ਪਹਿਲਾਂ ਹਿੱਕ ਨਾਲ ਲਾ ਕੇ, ਫਿਰ ਬਣ ਕੇ ਕਸਾਈ, ਮੈਂ ਲਿਖਿਆ ਸੀ ਮਾਰ ਗਿਓ ਪਟਕਾ ਕੇ। ਉਹਨਾਂ ਨੇ ਕਿਹਾ, ਸੁਖਜੀਵਨ ਸਿੰਘ ਸਫਰੀ ਹੁਣ ਚੰਗੀ ਕਲਮਾ ਚੱਲ ਰਿਹਾ ਹੈ, ਉਹਨੇ ਕਿਹਾ ਨਹੀਂ ਬਲ ਸਾਹਿਬ ਵੀ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ, ਕਸਾਈ ਪਟਕਾ ਕੇ ਨਹੀਂ ਮਾਰਦਾ ਹੁੰਦਾ, ਕਸਾਈ ਝਟਕਾ ਕੇ ਮਾਰਦਾ ਹੁੰਦਾ ਹੈ, ਪਟਕਾ ਕੇ ਮਾਰਦਾ ਧੋਬੀ। ਉਹਨਾਂ ਦੇ ਮੈਂ ਪਟਕਾ ਕੇ ਲਿਖਿਆ ਸੀ, ਉਹਨਾਂ ਨੇ ਜਦੋਂ ਲਿਖਿਆ ਵੀ ਝਟਕਾ ਕੇ ਕਹਿ, ਤਾਂ ਉਹ ਮੇਰਾ ਖਿਆਲ ਹੈ ਹਿੰਦੁਸਤਾਨ ਦਾ ਕੋਈ ਸ਼ਾਇਰ ਨਹੀਂ ਸੀ ਜਿਹਨੇ ਉਹਨੂੰ ਨਹੀਂ ਐਪਰੀਸ਼ੀਏਟ ਕੀਤਾ, ਉਹਨੂੰ ਉਹਦਾ ਖੈਰ ਮਕਦਮ ਨਹੀਂ ਕੀਤਾ। ਮੈਂ ਆਪਣੇ ਤੋਂ ਛੋਟੇ ਉਮਰ ਜਾਂ ਵੱਡੇ ਦੇ ਉਮਰ ਦੇ ਲਿਹਾਜ਼ ਨਾਲ ਨਹੀਂ, ਮੈਂ ਉਹਦੀ ਅਕਲ ਦੇ ਪੱਖੋਂ, ਉਹਦੀ ਕਵਿਤਾ ਦੇ ਮਿਆਰ ਦੇ ਪੱਖੋਂ ਜੀ 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 ਉਹਨੂੰ ਵੇਖਦਾ। ਤੇ ਕੋਈ ਵੀ ਆਲੋਚਕ ਜੇ ਮੇਰੀ ਕਵਿਤਾ ਦੀ, ਮੇਰੇ ਸ਼ੇਅਰ ਦੀ ਕੋਈ ਆਲੋਚਨਾ ਕਰਦਾ, ਮੈਂ ਉਹਦੇ ਕਦੇ ਦੁੱਖ ਪ੍ਰਗਟ ਨਹੀਂ ਕੀਤਾ। ਦੇਖੋ ਜੀ, ਜ਼ਿੰਦਗੀ ਨਾਲ ਨਾਲ ਚੱਲਦੀ ਹੈ, ਜ਼ਿੰਦਗੀ ਦੇ ਵਿੱਚ ਵਾਧੇ ਵੀ ਹੁੰਦੇ ਨੇ, ਘਾਟੇ ਵੀ ਹੁੰਦੇ ਨੇ, ਆਲੋਚਨਾ ਇੱਕ ਹਿੱਸਾ ਹੈ ਤੇ ਆਲੋਚਨਾ ਤੋਂ ਬਹੁਤ ਕੁਝ ਸਿੱਖਿਆ ਜਾਂਦਾ ਹੈ। ਅਸੀਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਦੋਸਤੋ ਤੇ ਬਲ ਸਾਹਿਬ ਇੱਕ ਗੀਤ ਸ਼ਾਮਲ ਕਰਨ ਦਾ ਸਮਾਂ ਹੋ ਗਿਆ ਹੈ। ਆਓ ਦੇਖਦੇ ਹਾਂ ਗੀਤ। ਜਦ ਤੱਕ ਸਾਗਰ ਵਿੱਚ ਆਪ ਰਵੇ ਐ ਰੱਬਾ, ਐ ਰੱਬਾ ਉਹਨੇ ਚਿਰ ਤਾਈਂ ਖੁਸ਼ ਸਾਡਾ ਏ ਪੰਜਾਬ ਰਵੇ। ਏਦਾਂ ਹੀ ਵੰਡਣ ਪਿਆਰ ਤੇ ਸਿਹਤ ਪਿਆਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਛੱਡਣ ਸਾਥ ਦੇਣ ਲਈ ਫੜੀ ਜੇ ਬਾਹ ਹੋਵੇ, ਦੁੱਖ ਸੁੱਖ ਹੋਵਣ ਸਾਂਝੇ ਤੇ ਦਿਲਦਾਰੀ ਬਣੀ ਰਵੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ।
ਸਜਾ ਕੇ ਤਨ ਮਨ ਅਤੇ ਤਰਕਾਂ ਨੂੰ ਹੱਕ ਹਲਾਲ ਦੀ ਰੋਟੀ ਤੇ ਹੱਕਦਾਰੀ ਬਣੀ ਰਵੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਛਣਕਣ ਕਿਤੇ ਪੰਜੇ ਪਾਪੇ ਛਣਕਾ ਵੰਗਾਂ ਦਾ ਰੂਪ ਨਾ ਫਿੱਕਾ ਹੋਵੇ ਵਿਆਹ ਮੰਗਣੇ ਦੇ ਰੰਗਾਂ ਦਾ ਉਹ ਕੁੱਟੀ ਮੁੱਛ ਤੇ ਕਾਲੀ ਗੁੱਤ ਦੀ ਯਾਰੀ ਬਣੀ ਰਵੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਅੱਜ ਜੇ ਦੋਸਤੋ ਗੱਲਾਂ ਤੇ ਗੀਤ ਪ੍ਰੋਗਰਾਮ ਚੱਲ ਰਿਹਾ ਹੈ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸ਼ਾਇਰੀ ਦੇ ਸੰਦਰਭ ਤੋਂ, ਕਿਉਂਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਰੰਗ ਨੇ। ਸ਼ਾਇਰੀ, ਗੀਤ, ਗਜ਼ਲ, ਕਵਿਤਾਵਾਂ, ਕਹਾਣੀ ਤੇ ਦੂਰਦਰਸ਼ਨ ਦਾ ਇਹੀ ਮੰਤਵ ਹੁੰਦਾ ਹੈ ਕਿ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਹਰ ਰੰਗ ਨੂੰ ਸ਼ਾਮਲ ਕਰ ਸਕੀਏ ਤਾਂ ਜੋ ਪੰਜਾਬੀ ਸਾਹਿਤ ਦੀ ਹਮੇਸ਼ਾ ਸੇਵਾ ਕੀਤੀ ਜਾ ਸਕੇ, ਪੰਜਾਬੀ ਸਾਹਿਤ ਨੂੰ ਹਮੇਸ਼ਾ ਪ੍ਰਫੁੱਲਤ ਕੀਤਾ ਜਾ ਸਕੇ। ਤੇ ਸ਼ਾਇਰ ਬਲਬੀਰ ਸਿੰਘ ਬਲ ਜੀ ਅੱਜ ਮੇਰੇ ਨਾਲ ਨੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਤੇ ਬਲ ਸਾਹਿਬ, ਸ਼ਾਇਰ, ਸ਼ਾਇਰੀ ਤੇ ਜੀਵਨ ਆਪਸ ਦੇ ਵਿੱਚ ਬਹੁਤ ਗਹਿਰਾ ਸੰਬੰਧ ਰੱਖਦੇ ਨੇ ਤੇ ਸ਼ਾਇਰ ਜੀਵਨ ਦੇ ਹਰ ਰੰਗ ਨੂੰ ਵੇਖਦਾ ਹੈ, ਹਰ ਚੀਜ਼ ਨੂੰ ਵੇਖਦਾ ਹੈ, ਉਸ ਨੂੰ ਮਾਣਦਾ ਹੈ ਤੇ ਫਿਰ ਉਸ ਨੂੰ ਆਪਣੀ ਕਲਮ ਦੇ ਰਾਹੀਂ, ਆਪਣੇ ਲਫ਼ਜ਼ਾਂ ਦੇ ਰਾਹੀਂ ਬਿਆਨ ਕਰਦਾ ਹੈ ਨਾ। ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਇੱਕ ਚੰਗਾ ਸਰੋਤਾ ਮਿਲ ਜਾਂਦਾ ਹੈ ਨਾ ਤਾਂ ਉਸ ਵਰਗੀ ਰੀਸ ਨਹੀਂ ਹੁੰਦੀ ਹੈ। ਤੇ ਸ਼ਾਇਰੀ ਦੇ ਸੰਦਰਭ ਤੋਂ ਸਰੋਤਿਆਂ ਦੇ ਨਾਲ ਰਿਸ਼ਤਾ ਕੈਸਾ ਚਾਹੀਦਾ ਹੈ ਸ਼ਾਇਰ ਦਾ? ਦੇਖੋ, ਸਰੋਤਾ ਜਿਹੜਾ ਉਹ ਸ਼ਾਇਰ ਨਾਲੋਂ ਵੀ ਵਿਦਵਾਨ ਹੁੰਦਾ ਹੈ, ਕਿਉਂਕਿ ਸਰੋਤੇ, ਚੰਗੇ ਸਰੋਤੇ ਬਹੁਤ ਥੋੜ੍ਹੇ ਹੁੰਦੇ ਆ ਸਮਾਜ ਵਿੱਚ। ਤੇ ਉਹ ਜਦੋਂ ਉਸ ਕਵਿਤਾ ਨੂੰ ਸੁਣ ਕੇ ਆਨੰਦ ਮਾਣਦੇ ਹੈ, ਉਹਨੂੰ ਕਵਿਤਾ ਕਿਹਾ ਜਾ ਸਕਦਾ ਹੈ ਜੀ। ਜੇ ਸਿਰਫ ਸ਼ਬਦਾਵਲੀ ਲਈ ਜਾਂ ਤੁਕਬੰਦੀ ਲਈ ਕਵਿਤਾ ਕਹੀ ਜਾਵੇ, ਉਹ ਕਵਿਤਾ ਨਹੀਂ ਹੁੰਦੀ ਜੀ। ਉਹ ਸ਼ਬਦਾਵਲੀ 'ਚੋਂ ਜੀਵਨ ਜਾਚ ਝਲਕਣੀ ਚਾਹੀਦੀ ਹੈ, ਉਹਦੇ 'ਚੋਂ ਪਿਆਰ ਠਾਠਾਂ ਮਾਰਦਾ ਨਜ਼ਰ ਆਉਣਾ ਚਾਹੀਦਾ ਹੈ ਜੀ, ਉਹਦੇ 'ਚੋਂ ਦੇਸ਼ ਕੌਮ ਦੀ ਏਕਤਾ ਨਜ਼ਰ ਆਉਣੀ ਚਾਹੀਦੀ ਹੈ। ਜੀ ਜੀ। ਤੇ ਇਹਦਾ ਨਾਂ ਸ਼ਾਇਰੀ ਹੈ। ਔਰ ਸ਼ਾਇਰ ਨੂੰ ਇਹਨਾਂ ਗੱਲਾਂ ਸਾਰੀਆਂ ਦਾ ਧਿਆਨ ਰੱਖ ਕੇ ਲਿਖਣਾ ਚਾਹੀਦਾ ਹੈ ਤਾਂ ਕਿ ਫਿਰਕੂ ਸਦਭਾਵਨਾ ਵੀ ਵਤਨ ਦੀ ਬਣੀ ਰਹੇ। ਬਿਲਕੁਲ ਜੀ। ਅੱਜ ਕੱਲ੍ਹ ਕੀ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਸਾਈਟਸ ਦੇ ਉੱਤੇ ਵੀ ਲਗਾਤਾਰ ਕਾਫੀ ਸ਼ਾਇਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਲੋਕ ਜੁੜ ਵੀ ਰਹੇ ਨੇ। ਤੇ ਪਰ ਸ਼ਾਇਰ ਬਣਨਾ ਬਹੁਤ ਵੱਡੀ ਕਲਾ ਹੈ, ਕਿਉਂਕਿ ਇੱਕ ਗੁਣ ਹੁੰਦਾ ਹੈ, ਉਸ ਗੁਣ ਨੂੰ ਨਿਖਾਰਿਆ ਜਾਂਦਾ ਹੈ। ਤੇ ਸ਼ਾਇਰ ਲਈ ਪੜ੍ਹਨਾ ਵੀ ਓਨਾ ਜ਼ਰੂਰੀ ਹੈ ਤੇ ਸ਼ਾਇਰ ਲਈ ਵੀ ਸਰੋਤਾ ਬਣਨਾ ਵੀ ਓਨਾ ਹੀ ਜ਼ਰੂਰੀ ਹੈ। ਤੇ ਇਹਨਾਂ ਪੜ੍ਹਨ ਦੇ ਸ਼ੌਂਕ ਨੂੰ ਲੈ ਕੇ ਜਾਂ ਸਰੋਤਾ ਬਣਨ ਦੇ ਸ਼ੌਂਕ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸ਼ਾਇਰੀ ਨੂੰ? ਇਹ ਦੋਏ ਚੀਜ਼ਾਂ ਇੱਕ ਪੰਨੇ ਦੇ ਦੋ ਹਿੱਸੇ ਨੇ ਜੀ। ਜੇ ਪੜ੍ਹਨਾ ਤੇ ਵਾਚਣਾ ਨਹੀਂ, ਉਹ ਚੰਗਾ ਲਿਖ ਨਹੀਂ ਸਕਦਾ। ਤੇ ਜੇ ਉਹ ਚੰਗਾ ਲਿਖ ਨਹੀਂ ਸਕਦਾ, ਉਹ ਚੰਗਾ ਪੜ੍ਹੇਗਾ ਕਿਵੇਂ? ਜੀ ਬਿਲਕੁਲ। ਸਰੋਤਿਆਂ ਦੇ ਰੂਬਰੂ ਕਿਵੇਂ ਹੋਏਗਾ? ਸਰੋਤਿਆਂ ਨਾਲ ਉਹਦੀ ਸਾਂਝ ਕਿਵੇਂ ਬਣੇਗੀ? ਬਿਲਕੁਲ। ਇਸ ਕਰਕੇ ਪੜ੍ਹੇ ਤੇ ਜ਼ਿਆਦਾ ਅਕਲ ਆਉਂਦੀ ਹੈ, ਬੋਲੇ ਤੇ ਅਕਲ ਨਹੀਂ ਆਉਂਦੀ। ਜੀ ਜੀ ਬਿਲਕੁਲ। ਇਸ ਕਰਕੇ ਪੜ੍ਹਨਾ ਵੀ ਤੇ ਲਿਖਣਾ ਵੀ, ਜੀ। ਫਿਰ ਉਹਨਾਂ ਦੋਨਾਂ ਨੂੰ ਵਾਚ ਕੇ ਉਹਦੀ ਕਵਿਤਾ ਉਚਰ ਕੇ, ਸ਼ੇਅਰ ਉਚਰ ਕੇ, ਚੁਮਿਸਰਾ ਉਚਰ ਕੇ ਉਹਨੂੰ ਜਦੋਂ ਤੁਸੀਂ ਬੋਲੋਗੇ, ਉਹਦਾ ਬਹੁਤ ਵੱਡਾ ਪ੍ਰਭਾਵ ਹੋਵੇਗਾ ਸਮਾਜ 'ਤੇ ਵੀ, ਸ਼ਾਇਰ 'ਤੇ ਵੀ ਤੇ ਸਰੋਤਿਆਂ 'ਤੇ। ਬਿਲਕੁਲ। ਕਿ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਸੂਰਜ, ਚੰਨ, ਤਾਰੇ ਕੁੱਲ ਪਾਰਾਵਾਰ ਮੁਹੱਬਤ ਹੈ, ਨਫ਼ਰਤ ਦਾ ਨਹੀਂ ਵਜੂਦ ਇੱਥੇ, ਜਗ ਦਾ ਆਧਾਰ ਮੁਹੱਬਤ ਹੈ, ਜਿਹਨੂੰ ਵਾਘਾ ਵਾਘਾ ਕਹਿੰਦੇ ਨੇ, ਹੈ ਲਾਸ਼ਾਂ ਦੀ ਦੀਵਾਰ ਮਗਰ, ਇਸ ਪਾਰ ਮੁਹੱਬਤ ਹੈ, ਉਸ ਪਾਰ ਮੁਹੱਬਤ ਹੈ। ਗੱਲ ਤੇ ਮੁਹੱਬਤ ਦੀ ਹੈ। ਬਿਲਕੁਲ। ਤੇ ਅੱਜ ਜੇ ਸ਼ਾਇਰੀ ਦੀ ਗੱਲ ਕੀਤੀ ਜਾਏ, ਮੈਂ ਨੌਜਵਾਨ ਸੋਚ ਨੂੰ ਲੈ ਕੇ ਚੱਲਦਾ ਹਾਂ। ਨੌਜਵਾਨੀ ਕੀ ਸੋਚਦੀ ਹੈ ਕਿ ਸ਼ਾਇਰੀ ਸਿਰਫ ਰੋਮਾਂਸਵਾਦ ਦਾ ਨਾਂ ਹੈ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਕਿ ਕੀ ਸਿਰਫ ਸ਼ਾਇਰੀ ਨੂੰ ਰੋਮਾਂਸਵਾਦ ਦੇ ਨਾਲ ਜੋੜਨਾ ਬਸ ਠੀਕ ਹੈ? ਦੇਖੋ, ਜੇ ਸਿਰਫ ਰੋਮਾਂਸ ਹੀ ਸ਼ਾਇਰੀ ਹੈ, ਫਿਰ ਤਾਂ ਬਾਕੀ ਕੁਛ ਰਹਿ ਹੀ ਨਹੀਂ ਗਿਆ।
ਲੇਕਿਨ ਗੱਲ 'ਚੋਂ ਗੱਲ ਨਿਕਲੇ ਆਉਂਦੀ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਨਾਨਕ ਸ਼ਾਇਰ ਏ ਵਕਾਹਤ ਹੈ ਜੀ। ਵੱਡਿਆ ਪਰਵਤਗਾਰਾ। ਹੂੰ ਸਾਰੀ ਲੋਕਾਈ ਨੂੰ ਹੂੰ ਆਪਣੀ ਝੋਲੀ 'ਚ ਲੈ ਕੇ, ਆਪਣੀ ਬੁੱਕਲ 'ਚ ਲੈ ਕੇ ਜੋ ਲਿਖਿਆ ਜਾਵੇ ਉਹ ਸ਼ਾਇਰੀ ਹੈ। ਬਿਲਕੁਲ। ਜੇ ਅੱਜ ਦਾ ਨੌਜਵਾਨ ਇਸ਼ਕ ਦੇ ਚੱਕਰ 'ਚ ਪੈ ਕੇ ਮੁੜ ਕੇ ਨਹਿਰ 'ਚ ਛਾਲ ਮਾਰ ਜਾਏ, ਹੂੰ ਉਹਦੀ ਲਿਖੀ ਸ਼ਾਇਰੀ ਕਿਸ ਕੰਮ ਹੈ? ਬਿਲਕੁਲ। ਉਹ ਆਪ ਇਸ ਭੱਟੀ 'ਚ ਢਲ ਕੇ ਹੂੰ ਇੱਕ ਜੋਤ ਜਗਾਵੇ ਹੂੰ ਜਿਹਦਾ ਚਾਨਣ ਸਾਰੇ ਸਮਾਜ ਦੇ ਵਿੱਚ। ਧਰਮਾਂ ਦੇ, ਸਾਰੇ ਸਮਾਜ ਦੇ, ਸਾਰੇ ਇੱਕ ਦੂਜੇ ਜੋ ਮਹਿਬੂਬ ਇੱਕ ਦੂਜੇ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਚਾਨਣ ਵਿਖਾਵੇ, ਨਾ ਕਿ ਮਾਪਿਆਂ ਨੂੰ ਹਨੇਰਾ ਵਿਖਾ ਜਾਏ। ਬਿਲਕੁਲ ਜੀ। ਕੁਝ ਅੱਖਰਾਂ ਦੇ ਨਾਲ ਜੁੜ ਜਾਂਦੇ, ਕੁਝ ਹਰਫਾਂ ਦੇ ਨਾਲ ਜੁੜ ਜਾਂਦੇ, ਕੁਝ ਆ ਕੇ ਉਂ ਹੀ ਮੁੜ ਜਾਂਦੇ। ਕਲਮ ਕਵੀ ਦੀ ਯਾਰੀ ਵੇਖੋ, ਸ਼ਬਦੀ ਜਜ਼ਬਾਤ ਉਤਾਰਦੇ ਨੇ, ਜਜ਼ਬਾਤਾਂ ਦਾ ਮੁੱਲ ਵੇਖੋ, ਲੋਕੀ ਤਾੜੀ ਮਾਰਦੇ ਨੇ। ਤੇ ਬਿਲਕੁਲ ਜੀ, ਜਜ਼ਬਾਤਾਂ ਨੂੰ ਪਰੋਇਆ ਜਾਂਦਾ ਹੈ ਇੱਕ ਸ਼ਾਇਰੀ ਦੇ ਰਾਹੀਂ। ਉਹ ਜਜ਼ਬਾਤ, ਉਹ ਭਾਵ ਚਾਹੇ ਸਾਡੇ ਦੇਸ਼ ਦੇ ਪ੍ਰਤੀ ਹੋਣ, ਚਾਹੇ ਸਾਡੇ ਇਸ਼ਕ ਦੇ ਪ੍ਰਤੀ ਹੋਣ, ਚਾਹੇ ਸਾਦਗੀ ਹੋਵੇ, ਹਰ ਰੰਗ ਹੈ ਸ਼ਾਇਰੀ ਦੇ ਵਿੱਚ। ਤੇ ਸ਼ਾਇਰੀ ਸਾਹਿਤ ਦੇ ਵਿੱਚ ਔਰਤਾਂ ਦਾ ਬਹੁਤ ਰੋਲ ਹੈ। ਲਗਾਤਾਰ ਸਾਹਿਤ ਨੂੰ ਔਰਤਾਂ ਨੇ ਪ੍ਰਫੁੱਲਿਤ ਕੀਤਾ ਹੈ। ਚਾਹੇ ਦੇਸ਼ ਦੀ ਗੱਲ ਕਰ ਲਈਏ, ਉਸ ਲਈ ਵੀ ਔਰਤਾਂ ਨੇ ਲਿਖਿਆ ਹੈ, ਤੇ ਚਾਹੇ ਅਸੀਂ ਆਪਣੇ ਜੀਵਨ ਦੀ ਗੱਲ ਕਰ ਲਈਏ, ਉਸ ਲਈ ਵੀ ਔਰਤਾਂ ਨੇ ਲਿਖਿਆ ਹੈ। ਔਰਤਾਂ ਦੇ ਸੰਦਰਭ ਤੋਂ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਸਾਹਿਤ ਦੇ ਖੇਤਰ ਦੇ ਵਿੱਚ, ਸ਼ਾਇਰੀ ਦੇ ਖੇਤਰ ਦੇ ਵਿੱਚ ਔਰਤਾਂ ਬਾਰੇ ਕੀ ਕਹਿੰਦੇ ਹੋ, ਤੇ ਤੁਹਾਡੇ ਕੋਲੋਂ ਔਰਤਾਂ ਦੇ ਸੰਦਰਭ ਤੇ ਅਸੀਂ ਸ਼ੇਅਰ ਵੀ ਕੋਈ ਸੁਣਨਾ ਚਾਹਾਂਗੇ। ਔਰਤਾਂ ਅੱਜ ਦੇ ਯੁੱਗ ਵਿੱਚ ਮਰਦ ਦੀ ਬਰਾਬਰੀ ਕਰਦੀਆਂ ਨੇ। ਜੀ। ਜਦੋਂ ਕਿ ਕਿਸੇ ਟਾਈਮ ਔਰਤ ਨੂੰ ਇੱਕ ਅਣਗੌਲਿਆ ਹਿੱਸਾ ਹੀ ਸਮਝਿਆ ਜਾਂਦਾ ਰਿਹਾ ਹੈ। ਹੂੰ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦੇ ਹਾਂ, ਉਹਦੀ ਇੱਕ ਸਤਰ ਜਿਹੜੀ ਹੈ ਕਿ ਵਾਰਿਸ ਸ਼ਾਹ ਨੂੰ ਜਦੋਂ ਉਹਨੇ ਕਿਹਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਬਿਲਕੁਲ। ਇਸ਼ਕੇ ਵਰਕ ਦਾ ਅੱਜ ਕੋਈ ਅਗਲਾ ਕਿਤਾਬੇ ਵਰਕਾ ਅੱਜ ਫੋਲ। ਕਿਤਾਬੇ ਇਸ਼ਕ ਦਾ ਕੋਈ ਅਗਲਾ। ਹਾਂਜੀ ਜੀ ਬਿਲਕੁਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਬਿਲਕੁਲ। ਉਸੇ ਤਰ੍ਹਾਂ ਬਹੁਤ ਸਾਰੀਆਂ ਅੱਜ ਮੌਜੂਦਾ ਕਵਿੱਤਰੀਆਂ, ਜਿਵੇਂ ਜਗਜੀਤ ਕੌਰ ਭੋਲੀ ਦਿੱਲੀ ਤੋਂ ਬਹੁਤ ਅੱਛਾ ਲਿਖਦੇ ਆ। ਜੀ ਜੀ। ਤੁਸੀਂ ਮੈਨੂੰ ਕਿਹਾ ਵੀ ਔਰਤ ਬਾਰੇ ਮੈਂ ਤੁਹਾਨੂੰ 2-3 ਸ਼ੇਰ ਜਿਹੜੇ ਸਮਰਪਿਤ ਹੋ ਕੇ ਮੈਂ ਲਿਖਿਆ ਹੈ। ਜੀ ਜੀ। ਅੱਜ ਜਿਹੜੀ ਔਰਤ ਦੀ ਘਾਟ ਹੁਣ ਇਸ ਮੌਜੂਦਾ ਸਮੇਂ 'ਚ ਮਹਿਸੂਸ ਕੀਤੀ ਗਈ ਹੈ, ਹੂੰ ਉਹ ਪਹਿਲਾਂ ਕਦੇ ਨਹੀਂ ਸੀ ਕੀਤੀ ਗਈ। ਹੂੰ ਕਿਉਂਕਿ ਖਾਸ ਕਰਕੇ ਸਾਡੇ ਪੰਜਾਬ ਦੀ ਤਰਾਸਦੀ ਰਹੀ ਇੱਥੇ 1000 ਪਿੱਛੇ ਜਦੋਂ 700 ਦੇ ਕਰੀਬ ਬੱਚੀਆਂ ਪੈਦਾ ਹੋਈਆਂ ਤਾਂ ਸਾਰੇ ਪੰਜਾਬ 'ਚ ਖਲਬਲੀ ਮਚ ਗਈ। ਜੀ। ਉਹਦਾ ਅਸਾਰੂ ਸਿੱਟਾ ਇਹ ਨਿਕਲਿਆ ਕਿ ਸਰਕਾਰਾਂ ਨੇ ਵੀ ਉਪਰਾਲੇ ਕੀਤੇ ਜੀ। ਔਰ ਸੰਸਥਾਵਾਂ ਨੇ ਵੀ ਉਪਰਾਲੇ ਕੀਤੇ, ਉਹਦੇ ਨਾਲ ਹੁਣ ਗਿਣਤੀ ਵਧਣੀ ਸ਼ੁਰੂ ਹੋਈ ਹੈ। ਜੀ ਜੀ। ਮੈਂ ਔਰਤ ਦੇ ਸੰਬੰਧ ਵਿੱਚ ਭਰੂਣ ਹੱਤਿਆ ਤੇ ਹੂੰ 4 ਸ਼ੇਰ ਤੁਹਾਨੂੰ ਸੁਣਾਉਣਾ ਕਿ ਭਰਾ ਪਹਿਲਾਂ ਪੈਦਾ ਹੋਇਆ, ਘਰ ਖੁਸ਼ੀ ਮਨਾਈ ਗਈ। ਹੂੰ ਬੇਟੀ ਜਦੋਂ ਬਾਅਦ 'ਚ ਹੋਈ ਉਦੋਂ ਮਾਹੌਲ ਕਿਹੋ ਜਿਹਾ ਸੀ, ਬੇਟੀ ਨੇ ਕੀ ਮਹਿਸੂਸ ਕੀਤਾ। ਬੇਟੀ ਕਹਿੰਦੀ ਵੀ ਵੀਰ ਜੰਮਿਆ, ਹੂੰ ਮੇਰੇ ਮਾਪੇ ਕਹਿੰਦੇ ਸਦਕੇ ਪੁੱਤਰਾ ਆਇਆ ਹੈ ਤੂੰ। ਹੂੰ ਕੁੱਲ ਨੂੰ 4 ਚੰਨ ਲੱਗ ਗਏ, ਕੁੱਲ ਦਾ ਵੇਲ ਵਧਾਇਆ ਹੈ ਤੂੰ। ਹੂੰ ਅਸੀਂ ਜਹਾਨ ਤੇ ਅੱਜ ਆਏ ਹਾਂ, ਹੂੰ ਫਰਸ਼ੋਂ ਅਰਸ਼ ਪਹੁੰਚਾਇਆ ਹੈ ਤੂੰ। ਮੈਂ ਜੰਮੀ, ਮੇਰੇ ਹੀ ਮਾਪੇ ਕਹਿੰਦੇ ਧੀਏ ਧਨ ਪਰਾਇਆ ਹੈ ਤੂੰ। ਵਾਹ ਵਾਹ ਵਾਹ। ਬਿਲਕੁਲ ਸਹੀ ਗੱਲ ਹੈ ਜੀ। ਇਹ ਦਾਦੀ ਕਹਿੰਦੀ ਪੋਤਾ ਹੁੰਦਾ, ਹੂੰ ਭੂਆ ਕਹਿੰਦੀ ਭਤੀਜਾ ਹੁੰਦਾ, ਹੂੰ ਮਾਸੀ ਕਹਿੰਦੀ ਕੁਲੱਛਣੀ ਜੰਮੀ, ਇਹ ਨਹੀਂ ਖਰਾ ਨਤੀਜਾ ਹੁੰਦਾ। ਹੂੰ ਧੀਆਂ ਜੇਕਰ ਰਹੇ ਮਾਰਦੇ, ਧੀ ਰਹੀ ਨਾ ਨੂੰਹ ਨਹੀਂ ਹੋਣੀ। ਨੂੰਹ ਕਿੱਥੋਂ ਲਿਆਓਗੇ ਜੀ, ਹਰੇਕ ਨੇ ਧੀ ਮਾਰਤੀ। ਸ਼ੁਕਰਗੁਜ਼ਾਰ ਸਿੰਘ ਜੀ। ਬਿਲਕੁਲ। ਧੀਆਂ ਜੇਕਰ ਰਹੇ ਮਾਰਦੇ, ਧੀ ਰਹੀ ਨਾ ਨੂੰਹ ਨਹੀਂ ਹੋਣੀ। ਦਾਦੀ ਹੋ ਕੇ ਪੋਤੀਆਂ ਮਾਰੇ, ਹੂੰ ਕੀ ਪੋਤੀ ਕਿਸੇ ਦੀ ਤੂੰ ਨਹੀਂ ਹੋਣੀ। ਹੂੰ
ਤੈਨੂੰ ਜੰਮ ਕੇ ਮਾਪਿਆਂ ਤੇਰਿਆਂ ਸਰਕੀ ਕੰਨ ਤੇ ਜੂੰ ਨਹੀਂ ਹੋਣੀ, ਤੇ ਵਿਹੜੇ ਦੇ ਵਿੱਚ ਧੀਆਂ ਬਾਝੋਂ ਚਰਖੇ ਦੀ ਘੂੰ ਘੂੰ ਨਹੀਂ ਹੋਣੀ। ਨਹੀਂ ਹੋਣੀ, ਬਿਲਕੁਲ ਸਹੀ ਗੱਲ ਜੀ। ਰੁੱਖ ਦੀ ਕੋਈ ਕੀਮਤ ਨਾ ਹੁੰਦੀ, ਰੁੱਖ ਦੀ ਜੇਕਰ ਛਾਂ ਨਾ ਹੁੰਦੀ, ਵਾਹ ਤੂੰ ਕਿੱਥੋਂ ਜੰਮ ਪੈਂਦਾ ਸੱਜਣਾ ਜੇਕਰ ਤੇਰੀ ਮਾਂ ਨਾ ਹੁੰਦੀ। ਵਾਹ, ਬਿਲਕੁਲ ਸਹੀ ਗੱਲ ਹੈ ਜੀ। ਤੂੰ ਕਿੱਥੋਂ ਜੰਮ ਪੈਂਦਾ ਸੱਜਣਾ ਜੇਕਰ ਤੇਰੀ ਮਾਂ ਨਾ ਹੁੰਦੀ। ਜੀ ਬਿਲਕੁਲ। ਦੇਸ਼ ਮੇਰੇ ਦੇ ਅੰਦਰ ਹੋਈਆਂ ਸਮੇਂ ਸਮੇਂ ਬਲਵਾਨ ਨੇ ਧੀਆਂ, ਖੇਡ ਪੜ੍ਹਾਈ ਵਿੱਚ ਦਫ਼ਤਰਾਂ ਦੇਸ਼ ਦੀ ਅਣਖ ਤੇ ਆਨ ਨੇ ਧੀਆਂ। ਮਾਪਿਓ ਧਨਵਾਨ ਬੜੇ ਨੇ, ਜਿਨ੍ਹਾਂ ਕੋਲ ਪੈਸੇ ਆ ਬਹੁਤੇ ਉਹ ਨਹੀਂ, ਜਿਨ੍ਹਾਂ ਦੀਆਂ ਜਿੰਦ ਜਾਨ ਨੇ ਧੀਆਂ, ਤੇ ਮੁੰਡਿਆਂ ਨਾਲ ਹਰ ਖੇਤਰ ਵਿੱਚ ਹੋਈਆਂ ਬਹੁਤ ਮਹਾਨ ਨੇ ਧੀਆਂ। ਵਾਹ ਵਾਹ, ਵਹਿੰਦੀ ਵਹਿੰਦੀ ਨਦੀ ਦੇ ਵਾਂਗੂ ਵਾਹ, ਜੇ ਰਵਾਨੀ ਰੁਕ ਜਾਵੇਗੀ, ਧੀਆਂ ਬਾਝੋਂ ਆ ਰੰਗਲੀ ਦੁਨੀਆ ਮੁੱਕਦੀ ਮੁੱਕਦੀ ਮੁੱਕ ਜਾਵੇਗੀ। ਵਾਹ ਵਾਹ, ਵਾਕਈ ਜੀ। ਧੀਆਂ ਵਿਸ਼ਵਾਸ ਨੇ, ਧੀਆਂ ਅਹਿਸਾਸ ਨੇ, ਧੀਆਂ ਅਰਦਾਸ ਨੇ, ਧੀਆਂ ਧਰਵਾਸ ਨੇ, ਸਭ ਕੁਝ ਨੇ ਧੀਆਂ। ਧੀਆਂ ਦੇ ਉੱਤੇ ਹੀ ਸਭ ਕੁਝ ਚੱਲਦਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਵੀ ਕਹਿ ਗਏ ਨੇ, ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੇ ਤੁਸੀਂ ਧਾਰਮਿਕ ਖੇਤਰ ਵਿੱਚ ਵੀ ਕਾਫੀ ਕਵਿਤਾਵਾਂ, ਕਾਫੀ ਸ਼ਾਇਰੀ ਕੀਤੀ, ਸਾਹਿਤਕ ਖੇਤਰ ਵਿੱਚ ਵੀ ਕਾਫੀ ਸ਼ਾਇਰੀ ਕੀਤੀ, ਤੇ ਤੁਸੀਂ ਇਹਨਾਂ ਦੋਵਾਂ ਚੀਜ਼ਾਂ ਨੂੰ, ਦੋਵਾਂ ਪੱਖਾਂ ਨੂੰ, ਧਾਰਮਿਕ ਸ਼ਾਇਰੀ ਤੇ ਸਾਹਿਤਕ ਸ਼ਾਇਰੀ ਜਾਂ ਸਮਾਜਿਕ ਸ਼ਾਇਰੀ ਨੂੰ ਕੀ ਫਰਕ ਸਮਝਦੇ ਹੋ? ਇਸ ਤਰ੍ਹਾਂ ਜੀ, ਜਿਹੜੀ ਸਾਹਿਤਕ ਸ਼ਾਇਰੀ ਹੈ, ਕਹਿਣਾ ਤਾਂ ਨਹੀਂ ਚਾਹੀਦਾ ਇਹਨੂੰ, ਤੁਸੀਂ ਹਲਕੇ ਫੁਲਕੇ 'ਚ ਵੀ ਲੈ ਸਕਦੇ ਹੋ, ਤੁਹਾਨੂੰ ਕਿਸੇ ਨੇ ਟੋਕਣਾ ਨਹੀਂ, ਰੋਕਣਾ ਨਹੀਂ ਜੀ। ਲੇਕਿਨ ਧਾਰਮਿਕ ਸ਼ਾਇਰੀ ਇੱਕ ਪੱਥਰ ਤੇ ਜਿਵੇਂ ਘਸਵੱਟੀ ਤੇ ਘਸਾ ਕੇ ਸੋਨਾ ਪਰਖਿਆ ਜਾਂਦਾ ਹੈ। ਤੁਸੀਂ ਜਿੱਥੇ ਇੱਕ ਅੱਖਰ ਵੀ ਧਾਰਮਿਕ ਤੌਰ ਤੇ ਵੱਧ ਘੱਟ ਲਿਖ ਜਾਓਗੇ, ਤੁਹਾਨੂੰ ਉਸੇ ਟਾਈਮ ਧਰਮ ਦੇ ਕਟਹਿਰੇ 'ਚ ਖੜਾ ਕਰ ਲਿਆ ਜਾਣਾ। ਜੀ ਬਿਲਕੁਲ। ਬਹੁਤ ਸੋਚ ਸਮਝ ਕੇ, ਬੜੇ ਸਲੀਕੇ ਨਾਲ, ਬੜੇ ਤਰੀਕੇ ਨਾਲ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬਿਲਕੁਲ, ਜਦੋਂ ਤੁਸੀਂ ਸਟੇਜ ਤੇ ਬੈਠਣਾ ਵੀ ਹੈ ਤਾਂ ਤੁਹਾਨੂੰ ਬੜੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਿਤ ਹੁੰਦੇ ਨੇ। ਉੱਥੇ ਤੁਹਾਡੇ ਬੈਠਣ ਦਾ ਸਲੀਕਾ, ਉੱਥੇ ਤੁਹਾਡਾ ਸਟੇਜ ਤੇ ਖਲੋਣ ਦਾ ਸਲੀਕਾ, ਜੀ ਬਿਲਕੁਲ, ਉੱਥੇ ਤੁਹਾਡੀ ਕਵਿਤਾ ਪੜ੍ਹਨ ਦਾ ਸਲੀਕਾ, ਜਿੱਥੇ ਸਰੋਤਿਆਂ ਦੇ ਰੂਬਰੂ ਹੋਣਾ ਹੈ, ਉੱਥੇ ਤੁਹਾਨੂੰ ਗੁਰੂ ਦਾ ਭੈ ਵੀ ਚਾਹੀਦਾ ਹੈ। ਬਿਲਕੁਲ, ਤਾਂ ਕਿ ਗੁਰੂ ਦੇ ਭੈ 'ਚ ਰਹਿ ਕੇ ਰਹਿਣ ਵਾਲਾ ਬੰਦਾ ਹੀ ਜਿਹੜਾ ਧਰਮ ਉੱਤੇ ਹੋਏਗਾ, ਸਿਆਸਤ ਜਿਹਦੀ ਥੱਲੇ ਹੋਏਗੀ, ਜੀ, ਉੱਥੇ ਕੋਈ ਦੁੱਖ, ਕੋਈ ਦਰਦ, ਕੋਈ ਕਲੇਸ਼ ਨਹੀਂ ਖੜਾ ਹੋਊਗਾ। ਬਿਲਕੁਲ, ਇਹ ਗੱਲ ਠੀਕ ਹੈ ਜੀ, ਕਿਉਂਕਿ ਹਰ ਪੱਖ ਦੇ ਵਿੱਚ, ਹਰ ਰੰਗ ਦੇ ਵਿੱਚ ਵੱਖਰਾ ਵੱਖਰਾ ਤੁਹਾਨੂੰ ਸਰੋਤਾ ਮਿਲੇਗਾ, ਵੱਖਰੀ ਵੱਖਰੀ ਮਾਨਸਿਕਤਾ ਮਿਲੇਗੀ, ਵੱਖਰੀ ਵੱਖਰੀ ਦੇਖ ਰੇਖ ਮਿਲੇਗੀ। ਤੇ ਬਲ ਸਾਹਿਬ, ਨੌਜਵਾਨ ਜਿਹੜੇ ਨਾ ਬਹੁਤ ਜੁੜੇ ਹੋਏ ਨੇ ਸ਼ਾਇਰੀ ਦੇ ਨਾਲ, ਸਾਹਿਤ ਦੇ ਖੇਤਰ ਦੇ ਨਾਲ, ਪਰ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਇੱਕ ਘਾਟ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਸਟੇਜ ਨਹੀਂ ਮਿਲਦੀ, ਸ਼ਾਇਦ ਉਹ ਬੁਲਾਰੇ ਨਹੀਂ ਬਣ ਪਾਉਂਦੇ ਤੇ ਸਿਰਫ ਸਰੋਤੇ ਬਣ ਕੇ ਰਹਿ ਜਾਂਦੇ ਨੇ। ਤੇ ਜਦੋਂ ਐਸੀਆਂ ਗੱਲਾਂ ਸਾਡੇ ਸਮਾਜ ਦੇ ਵਿੱਚ ਹੋਣ ਜਾਂ ਸਾਹਿਤਕ ਖੇਤਰ ਦੇ ਵਿੱਚ ਹੋਣ ਤਾਂ ਕਿਤੇ ਨਾ ਕਿਤੇ ਰੋਸ ਵੀ ਪ੍ਰਗਟ ਕਰਦੇ ਨੇ, ਦਿਲ ਵੀ ਦੁਖਦਾ ਹੈ ਨੌਜਵਾਨਾਂ ਦਾ। ਉਸ ਸੰਦਰਭ ਨੂੰ ਤੁਸੀਂ ਕਿੱਦਾਂ ਲੈਂਦੇ? ਇਸ ਤਰ੍ਹਾਂ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰਦਾਰ ਸ਼ੁਕਰਗੁਜ਼ਾਰ ਸਿੰਘ ਜੀ। ਅਸੀਂ ਆਪਣੇ ਵੇਲੇ ਕਵਿਤਾ ਸਿੱਖਣ ਵੇਲੇ, ਲਿਖਣ ਵੇਲੇ ਅਸੀਂ ਸਿਰਫ ਆਪਣੇ ਉਸਤਾਦ ਦਾ ਹੀ ਨਹੀਂ, ਜਿੰਨੇ ਚੰਗੇ ਉਸਤਾਦ ਸੀ ਉਹਨਾਂ ਸਾਰਿਆਂ ਦਾ ਅਦਬ ਸਤਿਕਾਰ ਕਰਦੇ ਸੀ ਜੀ। ਉਹਨਾਂ ਨੂੰ 50-50, 100-100 ਮੀਲ ਤੇ ਸੁਣ ਜਾਂਦੇ ਸੀ ਤਾਂ ਕਿ ਕਵਿਤਾ ਦੀਆਂ ਬਰੀਕੀਆਂ ਸਿੱਖੀਆਂ ਜਾ ਸਕਣ। ਤੇ ਜਦੋਂ ਤੱਕ ਉਹਨਾਂ ਨੇ ਸਾਨੂੰ ਨਹੀਂ ਕਿਹਾ ਕਿ ਤੁਸੀਂ ਹੁਣ ਸਟੇਜ ਦੇ ਧਨੀ ਹੋ ਔਰ ਸਟੇਜ ਤੇ ਬੋਲ ਸਕਦੇ ਹੋ, ਅਸੀਂ ਆਪਣੇ ਆਪ ਤੌਰ ਤੇ ਕਦੇ ਕਿਸੇ ਨੂੰ ਨਹੀਂ ਸੀ ਕਿਹਾ ਕਿ ਸਾਨੂੰ ਸਮਾਂ ਦਿੱਤਾ ਜਾਵੇ। ਜੀ ਜੀ। ਅੱਜ ਦੇ ਨੌਜਵਾਨਾਂ ਨੂੰ ਵੀ ਮੈਂ ਇੱਕ ਬੇਨਤੀ ਕਰੂੰਗਾ ਕਿ ਤੁਸੀਂ ਚੰਗੀ ਸ਼ਾਇਰੀ ਸੁਣੋ, ਪੜ੍ਹੋ, ਚੰਗੇ ਸ਼ਾਇਰਾਂ ਦੇ ਜੀਵਨ ਤੋਂ ਸੇਧ ਲੈ ਕੇ ਜਦੋਂ ਤੁਸੀਂ ਇਸ ਕਵਿਤਾ ਦੇ ਚੰਗੇ ਮਣਕੇ ਰੂਪੀ ਸ਼ੇਅਰ ਔਰ ਕਵਿਤਾਵਾਂ ਲਿਖੋਗੇ, ਜੀ ਜੀ ਜੀ, ਤੁਹਾਨੂੰ ਪਹਿਲਾਂ ਆਪਣੇ ਮਹੱਲੇ ਦੇ ਗੁਰਦੁਆਰਿਆਂ 'ਚ, ਸਾਹਿਤ ਸਭਾਵਾਂ ਸ਼ਹਿਰ ਦੀਆਂ 'ਚ, ਇਸੇ ਤਰ੍ਹਾਂ ਅੱਗੋਂ ਫਿਰ
ਮਹੱਲੇ ਤੋਂ ਸ਼ਹਿਰ 'ਚ, ਸ਼ਹਿਰ ਤੋਂ ਡਿਸਟ੍ਰਿਕਟ 'ਚ, ਇਸੇ ਤਰ੍ਹਾਂ ਇਹ ਗਿਆਨ ਗੋਸ਼ਟੀਆਂ 'ਚ ਲਗਾਤਾਰ ਜਾਣਾ ਚਾਹੀਦਾ ਹੈ। ਜੀ ਬਿਲਕੁਲ। ਜਦੋਂ ਤੁਸੀਂ ਪੁਖਤਾ ਲਿਖੋਗੇ ਤੁਹਾਨੂੰ ਲੋਕ ਹੱਥਾਂ ਤੇ ਚੱਕਣਗੇ, ਤੁਹਾਨੂੰ ਟੀਵੀ ਤੇ ਵੀ, ਰੇਡੀਓ ਸਟੇਸ਼ਨ ਤੇ ਵੀ, ਸਾਹਿਤ ਸਭਾਵਾਂ 'ਚ ਵੀ, ਜੀ ਬਿਲਕੁਲ, ਧਾਰਮਿਕ ਕਵੀ ਦਰਬਾਰਾਂ ਵਿੱਚ ਵੀ ਸੱਦ ਕੇ ਸਨਮਾਨਿਆ ਜਾਵੇਗਾ। ਬਿਲਕੁਲ। ਲੇਕਿਨ ਤੁਹਾਨੂੰ ਵੀ ਕੁਝ ਸਬਰ ਦਾ ਇਮਤਿਹਾਨ ਦੇਣਾ ਪਵੇਗਾ। ਸ਼ਾਇਰੀ ਤਾਂ ਇੱਕ ਠੰਡਕ ਹੈ, ਬਿਲਕੁਲ ਜੀ ਬਿਲਕੁਲ। ਇੱਕ ਦਿਲ 'ਚ ਮਹਿਸੂਸ ਕਰਨ, ਜਿਵੇਂ ਇੱਜ਼ਤ ਔਰ ਬੇਇੱਜ਼ਤੀ ਵੇਖਣ ਦੇ ਪਰਦੇ ਨਹੀਂ ਹੈ, ਬਿਲਕੁਲ ਜੀ। ਸ਼ਾਇਰੀ ਇਹ ਮਹਿਸੂਸ ਕਰਨ ਦੀਆਂ ਚੀਜ਼ਾਂ ਨੇ। ਜਦੋਂ ਤੁਸੀਂ ਇਹ ਚੀਜ਼ਾਂ ਮਹਿਸੂਸ ਕਰਕੇ ਜੀ ਬਿਲਕੁਲ ਵਿਚਰੋਗੇ ਜੀ ਬਿਲਕੁਲ, ਤਾਂ ਤੁਸੀਂ ਇੱਕ ਤਰਾਸ਼ੇ ਹੋਏ ਹੀਰੇ ਦੀ ਤਰ੍ਹਾਂ, ਬਿਲਕੁਲ ਹਾਂਜੀ, ਸਾਰੇ ਦੇਸ਼ ਨਹੀਂ ਸਾਰੀ ਦੁਨੀਆ 'ਚ ਜੀ 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 ਸ਼ਾਮਲ ਹੋਵੋਗੇ। ਜਜ਼ਬਾਤਾਂ ਦਾ ਨਾਂ ਹੈ ਸ਼ਾਇਰੀ ਜੀ, ਤੇ ਸ਼ਾਇਰੀ ਹਮੇਸ਼ਾ ਜਜ਼ਬਾਤਾਂ ਦੇ ਵਿੱਚ ਭਿੱਜ ਕੇ ਹੀ ਲਿਖੀ ਜਾਂਦੀ ਹੈ। ਜਜ਼ਬਾਤ ਸਾਡੇ ਚਾਹੇ ਆਪਣੇ ਮਨ ਦੇ ਵਲਵਲੇ ਹੋਣ ਤੇ ਚਾਹੇ ਕਿਸੇ ਦੀ ਜੀਵਨ ਭਾਵਨਾ ਹੋਵੇ। ਤੇ ਅਸੀਂ ਚਾਹੁੰਦੇ ਹਾਂ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਬਲਬੀਰ ਸਿੰਘ ਬਾਲਕੋ ਕੋਈ ਸਾਹਿਤਕ ਰੰਗ ਦੇ ਵਿੱਚ ਇੱਕ ਵਧੀਆ ਜਿਹਾ ਸ਼ੇਅਰ ਹੋ ਜਾਏ। ਯਾਦ ਤੇਰੀ ਮੈਂ ਸੀਨੇ 'ਚ ਉਤਾਰਦਾ ਰਿਹਾ, ਜਿੰਦ ਤੇਰੇ ਉੱਤੋਂ ਜਿੰਦੇ ਜਿੰਦ ਵਾਰਦਾ ਰਿਹਾ, ਰਾਤੀ ਸੁਪਨੇ 'ਚ ਸੁੱਤਾ ਬਲ ਹਿੱਕ ਨਾਲ ਲਾ ਕੇ, ਮੋਈਏ ਮੋਇਆ ਵੀ ਮੈਂ ਆਵਾਜ਼ਾਂ ਤੈਨੂੰ ਮਾਰਦਾ ਰਿਹਾ। ਵਾਹ 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 ਵਾਹ, ਇਹ ਤਾਂ ਗੱਲ ਠੀਕ ਹੈ ਜੀ। ਤੇ ਕੋਈ ਰਵਾਈ ਹੋ ਜਾਏ, ਹੋਰ ਕੋਈ ਰੰਗ ਵਧੀਆ ਜਿਹਾ। ਦਿਲ ਨੂੰ ਤਾਂਗ ਦਿਲਾਂ ਦੀ ਹੁੰਦੀ ਤੇ ਦਿਲ ਨੂੰ ਦਿਲ ਸਹੇੜੇ, ਵਾਹ। ਦਿਲ ਦਰਿਆ ਸਮੁੰਦਰੋਂ ਡੂੰਘੇ, ਦਿਲ ਟਿੰਡਾਂ ਦਿਲ ਗੇੜੇ, ਬਲ ਬੇਗਰਜੇ ਦਿਲ ਅੱਜ ਕੱਲ੍ਹ ਦੇ ਦਿਲ ਨੇ ਜਿਸਮੀ ਭੁੱਖੇ। ਬਿਲਕੁਲ। ਦਿਲ ਦੇ ਗਾਹਕ ਨੇ ਤਖਤ ਹਜ਼ਾਰੇ ਤੇ ਜਿਸਮੀ ਭੁੱਖੇ ਖੇੜੇ। ਵਾਹ 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 ਵਾਹ, ਬਿਲਕੁਲ ਜੀ ਦਿਲ ਬਿਲਕੁਲ। ਦੇ ਗਾਹਕ ਨੇ ਤਖਤ ਹਜ਼ਾਰੇ ਤੇ ਜਿਸਮੀ ਭੁੱਖੇ ਖੇੜੇ। ਵਾਹ ਜੀ ਵਾਹ। ਤੇ ਸਾਹਿਤਕ ਸੰਸਥਾਵਾਂ ਦਾ ਬੜਾ ਰੋਲ ਹੁੰਦਾ ਹੈ ਕਿ ਕਿਸ ਤਰ੍ਹਾਂ ਸ਼ਾਇਰੀ ਨੂੰ, ਕਿਸ ਤਰ੍ਹਾਂ ਸਾਹਿਤ ਨੂੰ, ਕਿਸ ਤਰ੍ਹਾਂ ਗੀਤ ਗਜ਼ਲ ਕਵਿਤਾ ਨੂੰ ਬਚਾਉਣਾ ਚਾਹੀਦਾ ਹੈ। ਕਹਿੰਦੇ ਨੇ ਕਿ ਦੁੱਖਾਂ ਅਤੇ ਗਮਾਂ ਵਿੱਚ ਖੁਸ਼ੀਆਂ ਦੇ ਸੰਗ ਮਾਣੀ ਜ਼ਿੰਦਗੀ, ਗੀਤ ਗਜ਼ਲ ਕਵਿਤਾ ਕਹਾਣੀ ਜ਼ਿੰਦਗੀ। ਇਹ ਜ਼ਿੰਦਗੀ ਹਰ ਰੰਗ ਹੈ, ਇਸ ਵਿੱਚ ਖੁਸ਼ੀਆਂ ਵੀ ਨੇ, ਇਸ ਵਿੱਚ ਹਾਸੇ ਵੀ ਨੇ, ਮੁਹੱਬਤਾਂ ਵੀ ਨੇ, ਸਾਂਝਾਂ ਵੀ ਨੇ। ਤੇ ਸਾਹਿਤਕ ਸੰਸਥਾਵਾਂ ਦਾ ਬੜਾ ਵੱਡਾ ਰੋਲ ਹੈ ਇਹਨਾਂ ਜਜ਼ਬਾਤਾਂ ਨੂੰ ਸਾਹਿਤ ਦੇ ਰੂਪ ਵਿੱਚ ਸਾਂਭਿਆ ਜਾ ਸਕੇ, ਸ਼ਾਇਰੀ ਨੂੰ, ਕਵਿਤਾ ਨੂੰ। ਤੇ ਤੁਸੀਂ ਇਸ ਨੂੰ ਕਿੱਦਾਂ ਲੈਂਦੇ ਹੋ? ਸਾਹਿਤ ਸਭਾਵਾਂ ਦਾ ਬਹੁਤੀਆਂ ਦਾ ਬਹੁਤ ਉਸਾਰੂ ਯੋਗਦਾਨ ਹੈ, ਜਿਹਦੇ 'ਚ ਸਿਰਫ ਚੌਧਰੀ ਨਹੀਂ ਗਏ, ਸਾਹਿਤਕਾਰੀ ਮੈਂਬਰ ਨੇ, ਸਾਹਿਤਕਾਰੀ ਉਹਦੇ ਪ੍ਰਧਾਨਗੀ ਮੰਡਲ ਦੇ ਮੈਂਬਰ ਨੇ, ਜੀ ਜੀ ਜੀ, ਤੇ ਸਾਹਿਤਕਾਰੀ ਸਰੋਤੇ ਨੇ, ਸਾਹਿਤਕਾਰੀ ਬੁਲਾਰੇ ਨੇ। ਜੀ ਜੀ। ਉਹ ਸਾਹਿਤ ਸਭਾ ਬਹੁਤ ਚਮਕਦੀਆਂ ਸਾਹਿਤ ਸਭਾਵਾਂ ਦੇ ਵਿੱਚੋਂ ਨੇ, ਹਾਂਜੀ। ਤੇ ਉਪਰਾਲੇ ਵਿਅਕਤੀਗਤ ਵੀ ਲੋਕ ਬਹੁਤ ਕਰ ਰਹੇ ਹੈ, ਚੰਗੇ ਲੋਕ ਜਿਹੜੇ ਸਾਹਿਤ ਦੇ ਸ਼ੌਕੀਨ ਨੇ। ਜੀ ਜੀ ਜੀ। ਉਹ ਸਾਹਿਤਕ ਵੀ ਕਵੀ ਦਰਬਾਰ ਕਰਾਉਂਦੇ ਆ, ਉਹ ਧਾਰਮਿਕ ਵੀ ਕਵੀ ਦਰਬਾਰ ਕਰਾਉਂਦੇ ਆ ਜੀ। ਔਰ ਸਾਹਿਤਕਾਰਾਂ ਦਾ, ਕਵੀਆਂ ਦਾ ਜਿੱਥੇ ਵਾਹ ਕਹਿ ਕੇ ਜਕਾਰੇ ਛੱਡ ਕੇ ਉਹਦਾ ਮਨੋਬਲ ਉੱਚਾ ਕਰਦੇ ਆ, ਉੱਥੇ ਮਾਇਕ ਤੌਰ ਤੇ ਵੀ ਕਵੀਆਂ ਨੂੰ ਜੀ ਜੀ ਬਹੁਤ ਸਾਰੇ ਲੋਕ ਮਦਦ ਦਿੰਦੇ ਆ। ਕਹਿਣ ਦਾ ਮਤਲਬ ਕਿ ਇੱਕ ਸਾਹਿਤਕ ਸੰਸਥਾਵਾਂ ਦੇ ਆਪਸੀ ਤਾਲਮੇਲ ਦੇ ਨਾਲ, ਸਾਂਝ ਦੇ ਨਾਲ ਹਮੇਸ਼ਾ ਸਾਹਿਤ ਪ੍ਰਫੁੱਲਤ ਹੁੰਦਾ ਆਇਆ ਹੈ ਤੇ ਹਮੇਸ਼ਾ ਸਾਹਿਤ ਪ੍ਰਫੁੱਲਤ ਹੁੰਦਾ ਰਹੇਗਾ। ਕਹਿੰਦੇ ਨੇ ਕਿ ਸ਼ਾਇਰੀ ਜਿੱਥੇ ਸੂਖਮ ਕਲਾ ਹੈ ਨਾ, ਉਹ ਸਮਾਜ ਦੇ ਹਰ ਰੰਗ ਨੂੰ ਬਿਆਨ ਕਰਦੀ ਹੈ, ਜ਼ਿੰਦਗੀ ਦੇ ਹਰ ਰੰਗ ਨੂੰ ਬਿਆਨ ਕਰਦੀ ਹੈ, ਤੇ ਇਸ ਨੂੰ ਸਮਾਜ ਦਾ ਅਕਸ ਵੀ ਕਿਹਾ ਜਾਂਦਾ ਹੈ। ਤੁਸੀਂ ਇਸ ਨੂੰ ਕਿੱਦਾਂ ਲੈਂਦੇ ਹੋ? ਇਸ ਤਰ੍ਹਾਂ ਜੀ, ਇਹ ਇੱਕ ਕਿਸਮ ਦਾ ਜਿਹੜਾ ਟੀਚਰ ਦਾ ਰੋਲ ਹੈ ਜੀ। ਟੀਚਰ ਕੋਲ ਪੜ੍ਹ ਕੇ ਹੀ ਪ੍ਰਾਈਮ ਮਿਨਿਸਟਰ ਬਣਦਾ, ਟੀਚਰ ਕੋਲ ਹੀ ਪੜ੍ਹ ਕੇ ਰਾਸ਼ਟਰਪਤੀ ਬਣਦਾ, ਇੰਜੀਨੀਅਰ ਬਣਦਾ, ਡਾਕਟਰ ਬਣਦਾ ਹੈ। ਬਿਲਕੁਲ। ਸ਼ਾਇਰ ਦਾ ਜਿਹੜਾ ਜੀਵਨ ਹੈ ਉਹ ਇੰਨਾ ਉੱਚਾ ਚਾਹੀਦਾ ਹੈ ਕਿ ਉਹਨੂੰ ਦੇਖ ਕੇ ਲੋਕ ਉਹਦੇ ਤੋਂ ਮਾਰਗ ਦਰਸ਼ਨ ਲੈ ਕੇ ਜੀ ਜੀ ਉਹਦੇ ਪਿੱਛੇ ਤੁਰ ਸਕਣ, ਜੀ ਜੀ ਉਹਦੇ ਅੰਗ ਸੰਗ ਤੁਰ ਸਕਣ। ਬਿਲਕੁਲ। ਤੇ ਉਹਨੂੰ ਮਹਿਸੂਸ ਕਰਨ ਕਿ ਇਹ ਸਾਡੇ ਸ਼ਹਿਰ ਦਾ, ਇਹ ਸਾਡੇ ਜ਼ਿਲ੍ਹੇ ਦਾ, ਇਹ ਸਾਡੇ
ਸਟੇਟ ਦਾ, ਇਹ ਸਾਡੇ ਵਤਨ ਦਾ, ਇਹ ਸਾਡੇ ਸੰਸਾਰ ਦਾ ਇੱਕ ਚੰਗਾ ਵਿਅਕਤੀ ਹੈ ਜੀ ਜੀ ਜਿਨੇ ਸਾਰਿਆਂ ਨੂੰ ਇੱਕ ਚੰਗੀ ਸੇਧ ਦੇ ਕੇ ਜੀ ਜੀ ਚੰਗੇ ਰਸਤੇ ਪਾਇਆ ਹੈ। ਉਹ ਸ਼ਾਇਰ ਹੋ ਸਕਦਾ ਹੈ ਜਿਹਦੇ 'ਚ ਇਹ ਗੁਣ ਨਾ ਹੋਣ, ਮੈਂ ਉਹਨੂੰ ਸ਼ਾਇਰ ਨਹੀਂ ਸਮਝਦਾ ਜੀ। ਤੇ ਬਲਬੀਰ ਸਿੰਘ ਬੱਲ ਸ਼ਾਇਰ ਕੋਲ ਬਹੁਤ ਸਾਰੀਆਂ ਕਵਿਤਾਵਾਂ, ਗੀਤ, ਗਜ਼ਲ, ਰਬਾਈਆਂ, ਸ਼ੇਅਰ ਨੇ, ਤੇ ਕੋਈ ਆਪਣਾ ਮਨ ਭਾਉਂਦਾ, ਆਪਣਾ ਫੇਵਰੇਟ ਸ਼ੇਅਰ ਹੋਵੇ ਜੋ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਰਾਹੀਂ, ਇਸ ਕੈਮਰੇ ਦੇ ਰਾਹੀਂ, ਦੂਰਦਰਸ਼ਨ ਜਲੰਧਰ ਦੇ ਰਾਹੀਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ? ਮੈਨੂੰ ਬਹੁਤ ਪੁਰਾਣੀ ਲਿਖੀ ਹੋਈ ਇੱਕ ਗਜ਼ਲ ਦੇ 1-2 ਸ਼ੇਅਰ ਯਾਦ ਆਏ ਹੈ ਜੀ। ਉਹ ਮੈਂ ਤੁਹਾਡੀ ਨਜ਼ਰ ਕਰਦਾ ਜੀ। ਜੀ, ਕਿਉਂਕਿ ਸ਼ਾਇਰੀ ਅਕਸਰ ਦੋਸਤੋ ਐਸਾ ਰੰਗ ਹੈ, ਐਸਾ ਰੂਪ ਹੈ ਕਿ ਕਈ ਵਾਰੀ ਜਜ਼ਬਾਤ ਬਦੋ ਬਦੀ ਸਾਡੇ ਮਨ ਦੇ ਵਿੱਚ ਅਟਕ ਕੇ ਰਹਿ ਜਾਂਦੇ ਨੇ, ਤੇ ਕਈ ਵਾਰੀ ਅਸੀਂ ਜ਼ਾਹਿਰ ਕਰਨਾ ਚਾਹੁੰਦੇ ਹਾਂ, ਜ਼ਾਹਿਰ ਨਹੀਂ ਹੋ ਪਾਉਂਦੇ। ਕਈ ਵਾਰੀ ਸਹਿਜ ਸੁਭਾਅ ਜਿਹੀ ਕਵਿਤਾ ਸਾਡੇ ਵਿੱਚੋਂ ਨਿਕਲ ਆਉਂਦੀ ਹੈ। ਸ਼ਾਇਰੀ, ਕਵਿਤਾ, ਗੀਤ, ਗਜ਼ਲ ਇਹੀ ਹੈ ਜੋ ਸਾਡੇ ਨਾਲ ਚੱਲਦੀ ਰਹਿੰਦੀ ਹੈ। ਤੇ ਕਿਸ ਤਰ੍ਹਾਂ ਸ਼ਾਇਰੀ ਨੂੰ ਲੈਂਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ? ਤੇਰੀ ਜੀ। ਤਿਰਛੀ ਨਜ਼ਰ ਦਾ ਤੀਰ अगर ये दिल से निकलेगा, तेरी तिरछी नज़र का तीर अगर ये दिल से निकलेगा, अगर ये दिल से निकलेगा तो दिल भी साथ निकलेगा। वाह 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 वाह, क्या बातें हैं। बिल्कुल जी, ये दिलों की गल करती है शायरी, तो जज्बातों को समझती है शायरी, जज्बातों को समझता है शायर, तो उन्होंने जज्बातों को बयान करता है शायर, तो साढ़े तक लैके आता है ਵੱਖ-ਵੱਖ ਸ਼ਬਦਾਂ ਦੇ ਰਾਹੀਂ, ਵੱਖ-ਵੱਖ ਅੱਖਰਾਂ ਦੇ ਰਾਹੀਂ ਇੱਕ ਸੋਹਣਾ ਸ਼ੇਅਰ, ਇੱਕ ਕਵਿਤਾ ਜੋ ਸਾਡੇ ਨਾਲ ਚੱਲਦੀ ਹੈ, ਸਾਡੇ ਜ਼ਿਹਨ ਦੇ ਵਿੱਚ ਰਹਿੰਦੀ ਹੈ, ਸਾਡੀ ਸੋਚ ਦੇ ਵਿੱਚ ਰਹਿੰਦੀ ਹੈ। ਤੇ ਦੂਰਦਰਸ਼ਨ ਦਾ ਇਹੀ ਮੰਤਵ ਹੈ ਕਿ ਅਸੀਂ ਸਾਹਿਤ ਦੇ ਹਰ ਰੰਗ ਨੂੰ, ਚਾਹੇ ਗੀਤ ਹੋਵੇ, ਗਜ਼ਲ ਹੋਵੇ, ਕਵਿਤਾ ਹੋਵੇ, ਕਹਾਣੀ ਹੋਵੇ, ਅਸੀਂ ਉਸ ਨੂੰ ਪੇਸ਼ ਕਰਦੇ ਰਹੀਏ ਪ੍ਰੋਗਰਾਮ ਗੱਲਾਂ ਤੇ ਗੀਤ ਰਾਹੀਂ। ਅੱਜ ਅਸੀਂ ਸ਼ਾਇਰ ਤੇ ਸ਼ਾਇਰੀ ਦੇ ਸੰਦਰਭ ਤੋਂ ਗੱਲਬਾਤ ਕੀਤੀ ਬਲਬੀਰ ਸਿੰਘ ਬੱਲ ਜੀ ਦੇ ਨਾਲ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਪਹੁੰਚੇ, ਤੁਹਾਡਾ ਬਹੁਤ ਬਹੁਤ ਧੰਨਵਾਦ।